रियल एस्टेट का कोई सवाल। टीम सबरवाल। योर सर्च एंड्स हियर। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜੇ तुम मेरे हो तो मैं कुछ नहीं मांगू दुनिया से। क्या खूबसूरत गीत। आई होप कि तुम ये गाना पसंद कर रहे हो। और सरा जी आपका भी बहुत बहुत स्वागत है। वेलकम। क्या हाल है आपका? ऑल गुड रिद्वी जी, थैंक यू सो मच। आप कैसे हैं? मैं बिल्कुल ठीक हूँ जी। वैसे तो सवेर के ही हालात ठीक ने, पर ਜਦੋਂ 12 ਵਜਦੇ ਨੇ ਤੇ ਫਿਰ ਇੱਕ ਵਧੀਆ ਜਿਹਾ ਗਾਣਾ ਸੁਣ ਲਈਦਾ ਤੁਹਾਡੇ ਕੋਲੋਂ, ਫਿਰ ਹੋਰ ਮਜ਼ਾ ਆ ਜਾਂਦਾ ਜੀ। ਥੈਂਕ ਯੂ ਸੋ ਮਚ ਫॉर ਪਲੇਇੰਗ ਦਿਸ ਵੰਡਰਫੁਲ ਸੌਂਗ। ਸਾਡੇ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਵੀ ਨਾਲ ਦੇ ਨਾਲ ਲੈਣੇ ਆ। ਬਟ ਰੀਅਲ ਸਟੇਟ ਦਾ ਕੋਈ ਸਵਾਲ ਸਾਡੇ ਖਾਸ ਗੈਸਟ ਪੀਕੇ ਜੀ ਨੂੰ ਪਹਿਲਾਂ ਵੈਲਕਮ ਕਰ ਲਈਏ। ਪੀਕੇ ਜੀ ਬਹੁਤ ਬਹੁਤ ਸਵਾਗਤ ਹੈ। ਵਾਰਮ ਵੈਲਕਮ। ਵੈਲਕਮ ਸਰ। थैंक यू वेरी मच युधिष्ठिर जी एंड वेरी गुड आफ्टरनून टू ऑल आवर लिसनर्स जी। ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ। ਹਾਂਜੀ ਸੌਰੀ ਜੀ, ਮੈਨੂੰ ਕਾਲਰਸ ਨੂੰ ਇੰਟਰਪਟ ਕਰਨਾ ਪਿਆ। ਸਾਰੀ ਕਾਲ ਤੁਸੀਂ ਵਾਰੀ ਸਭ ਨੂੰ ਮੌਕਾ ਮਿਲੇਗਾ, ਸਭ ਨੂੰ ਟਾਈਮ ਮਿਲੇਗਾ। ਪਰ ਪ੍ਰੀਤਮ ਸਿੱਧੂ ਸਾਹਿਬ ਬੜੀ ਵਧੀਆ ਜਾਣਕਾਰੀ ਸ਼ੇਅਰ ਕਰ ਰਹੇ ਸੀਗੇ। ਮੈਨੂੰ ਸੌਰੀ ਤੁਹਾਨੂੰ ਇੰਟਰਪਟ ਕਰਨਾ ਪਿਆ। ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ, ਦੈਨ ਵਿਲ ਟੇਕ ਪੀਕੇ ਸਬਰਵਾਲ ਸਾਹਿਬ ਕਮੈਂਟਸ ਐਂਡ ਦੈਨ ਵਿਲ ਗੋ ਟੂ ਦ ਨੈਕਸਟ ਕਾਲ। ਪਲੀਜ਼ ਗੋ ਹੈਡ। ਹਾਂਜੀ ਜਦਵੀਰ ਜੀ ਦੁਬਾਰਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਜਦਵੀਰ ਜੀ ਜਦੋਂ ਆਪਾਂ ਬੇਸਮੈਂਟ ਰਜਿਸਟਰ ਕਰਾਈ ਨਾ, ਕਿਸੇ ਨੇ ਵੀ ਜਾਂ ਰੂਮ ਰਜਿਸਟਰ ਕਰਾਇਆ, ਆਪਾਂ ਨੂੰ ਸਿਟੀ ਨੇ ਇੱਕ ਨੰਬਰ ਪਰਮਿਟ ਨੰਬਰ ਤੇ ਜਿਹੜੀ ਲੀਗਲ ਕੀਤੀ ਬੇਸਮੈਂਟ ਉਹ ਨੰਬਰ ਹੈ ਜੀ। ਉਹ ਆਨਲਾਈਨ ਜਾਣਾ ਸਰ, ਉੱਥੇ ਉਹ ਜਿਹੜੇ ਅਪਲੋਡ ਕਰ ਦੇਣੇ ਆਪਦੇ ਡਾਕੂਮੈਂਟ ਤੇ ਉਹ ਨੰਬਰ ਭਰ ਦੇਣਾ ਹੈ ਉਹਦੇ ਵਿੱਚ ਤੇ ਉਹ ਦੂਸਰੇ ਦਿਨ ਸਾਰੇ ਆਪਣੀ ਫਾਈਲ ਚੈੱਕ ਕਰਕੇ ਤੇ ਆਪਾਂ ਨੂੰ ਈਮੇਲ ਕਰਦੇ ਵੀ ਫੀਸ ਭਰ ਦਿਓ ਤੇ ਤੀਸਰੇ ਦਿਨ ਉਹ ਲਾਇਸੈਂਸ ਆ ਜਾਂਦਾ ਸਰ। ਹੁਣ ਪ੍ਰੋਬਲਮ ਇੱਥੇ ਆ ਸਰ ਵੀ ਉਹ ਕਹਿੰਦੇ ਲਾਇਸੈਂਸ ਆਪਦੇ ਰੈਂਟਲ ਰੂਮ ਦੇ ਵਿੱਚ ਜਾਂ ਬੇਸਮੈਂਟ 'ਚ ਲਾਓ ਤੇ ਪਲੱਸ ਇੱਕ ਤੇ ਆਪਾਂ ਇੰਸ਼ੋਰੈਂਸ ਤੋਂ ਕਵਰ ਹੋ ਗਏ। ਮੰਨ ਲਓ ਇੰਸ਼ੋਰੈਂਸ ਨੂੰ ਰਿਪੋਰਟ ਮੈਂ ਕੀਤੀ ਹੋਈ ਆ ਵੀ ਮੇਰੀ ਸੈਕੰਡ ਕਿਚਨ ਬਣਾਈ ਹੋਈ ਆ ਤੇ ਆਪਾਂ ਬਾਇਲਾ ਜੇ ਸਿਟੀ ਕੱਲ ਨੂੰ ਆ ਵੀ ਜਾਂਦਾ ਕੋਈ ਨੁਕਸ ਨਿਕਲਦਾ ਐਟਲੀਸਟ ਉਹਨਾਂ ਨੇ ਲਾਇਸੈਂਸ ਦਿੱਤਾ ਤੇ ਚਲੋ ਜੁਰਮਾਨਾ ਨਹੀਂ ਕਰਨਗੇ, ਵਾਰਨਿੰਗ ਦੇ ਜਾਣਗੇ ਜਾਂ ਠੀਕ ਕਰਾਉਣ ਲਈ ਕਹਿ ਜਾਣਗੇ। ਐਡੀ ਕੋਈ ਗੱਲ ਹੈ ਨਹੀਂ। ਬਿਲਕੁਲ ਠੀਕ, ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਸੀ ਜੀ। ਲਾਇਸੈਂਸ ਉਹਨੂੰ ਹੀ ਮਿਲਣਾ ਜਿਹਦਾ ਕਮਰਾ ਜਾਂ ਬੇਸਮੈਂਟ ਰਜਿਸਟਰਡ ਆ। ਪਰ ਹੁਣ ਮੈਨੂੰ ਲੱਗਦਾ ਜਿੰਨੇ ਬੰਦੇ ਰੌਲਾ ਪਾਉਣ ਵਾਲੇ ਆ ਉਹਨਾਂ ਦੀਆਂ ਬੇਸਮੈਂਟ ਰਜਿਸਟਰਡ ਨਹੀਂ, ਪਰ ਉਹਨਾਂ ਨੂੰ ਰੌਲਾ ਪਾਉਣ ਦੀ ਜ਼ਰੂਰਤ ਨਹੀਂ। ਉਹ ਰਜਿਸਟਰਡ ਨਹੀਂ ਤਾਂ ਉਹ ਪਹਿਲਾਂ ਵੀ ਗਲਤ ਆ ਤੇ ਹੁਣ ਵੀ ਗਲਤ ਆ। ਉਹਨਾਂ ਨੂੰ ਚੁੱਪ ਕਰਕੇ ਬਹਿ ਜਾਣਾ ਚਾਹੀਦਾ। ਅੱਗੇ ਕਿਹੜਾ ਉਹਨਾਂ ਦੀ ਇਨਸਪੈਕਸ਼ਨ ਹੋਊਗੀ? 5-7 ਸਾਲ ਉਦਾਂ ਹੀ ਲੰਘ ਜਾਂਦੇ ਆ ਜੀ। ਪਰ ਜਿਹਦੀ ਰਜਿਸਟਰਡ ਆ ਉਹਨੂੰ ਰੌਲਾ ਨਹੀਂ ਪਾਉਣਾ ਚਾਹੀਦਾ ਸਰ। $300 ਦੀ ਗੱਲ ਹੈ, ਕਿਤੇ 150 ਲੈਂਦੇ, ਅਗਲੇ ਸਾਲ 300 ਲੈਣਾ। ਸਿਰਦਰਦੀ ਹੁਣ ਜੇ 300 ਸਿਰਦਰਦੀ ਮੁੱਕਦੀ ਪੀਕੇ ਸਾਹਿਬ ਇਦੋਂ ਸਸਤਾ ਕੀ ਹੈ ਜੀ? ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਸੀ ਸਰ, ਅਗਰ ਮੈਂ ਕਮਾ ਰਿਹਾ ਤੇ ਮੈਂ ਕਿਉਂ ਨਾ ਦਿਆਂ। ਉਸ ਦੇ ਨਾਲ ਮੈਂ ਸੇਫ ਹੋ ਜਾਣਾ, ਇੰਸ਼ੋਰੈਂਸ ਵੱਲੋਂ ਸੇਫ ਹੋ ਜਾਣਾ, ਟੈਨਸ਼ਨ ਫ੍ਰੀ ਹੋ ਜਾਣਾ। ਸਿੱਧੀ ਤੁਹਾਨੂੰ ਸਿਰਫ ਕਹਿ ਕੇ ਜਾਂਦੀ ਹੈ ਕਿ ਤੁਸੀਂ ਇਹ ਚੀਜ਼ਾਂ ਠੀਕ ਕਰ ਲਓ। ਪਲੈਂਟੀ ਨਹੀਂ ਲੱਗਦੀ ਜੋ ਮੈਂ ਕਹਿਣਾ ਚਾਹੁੰਦਾ ਸੀ। ਔਰ ਤੁਸੀਂ ਆਪਣਾ ਤਜਰਬਾ ਦੱਸ ਕੇ ਉਹਨੂੰ ਤੁਸੀਂ ਵਾਊਚ ਕਰਤਾ ਹੈਗਾ ਕਿ ਹਾਂ ਯੈਸ ਇਟ ਇਜ਼। ਕਿਉਂਕਿ ਮੇਰੇ ਤੋਂ ਪਤਾ ਨਾ ਰੋਜ਼ ਦੀ ਕਾਲਾਂ ਆਉਂਦੀਆਂ ਨੇ ਮੈਨੂੰ, ਬਈ ਕਮੀ ਨਿਕਲਦੀ ਹੈ, ਕੁਝ ਨਿਕਲਦੀ ਹੈ, ਤੁਹਾਨੂੰ ਕਹਿ ਕੇ ਚਲੇ ਜਾਂਦੇ ਨੇ ਵੀ ਇਹ ਕਮੀ ਨਿਕਲ ਆਈ ਹੈਗੀ, ਇਹਨੂੰ ਠੀਕ ਕਰ ਦਿਓ। ਤੇ ਉਹਦੇ ਅੰਦਰ ਕੋਈ ਮੇਰੇ ਖਿਆਲ ਨਾਲ ਕੋਈ ਹੈ ਨਹੀਂ। $25 ਮਹੀਨਾ ਅਗਰ ਤੁਸੀਂ ਦੇ ਦਿੰਦੇ ਹੋ, ਉਹ ਤੁਹਾਡੇ ਕੋਲ 2,500 ਕਿਰਾਇਆ ਆ ਰਿਹਾ ਤੇ ਆਈ ਡੋਂਟ ਥਿੰਕ ਇਟ ਇਜ਼ ਅ ਵੈਰੀ ਬਿਗ ਇਸ਼ੂ। ਬਲਕਿ ਤੁਹਾਡੇ ਤੇ ਇੱਕ ਚੰਗਾ ਹੋ ਗਿਆ, ਤੁਹਾਡੇ ਤੇ ਇੱਕ ਆਡੀਟਰ ਜਾਂ ਹੋ ਗਿਆ, ਇੰਸਪੈਕਟਰ ਹੋ ਗਿਆ ਜਿਹੜਾ ਤੁਹਾਨੂੰ ਗਾਈਡ ਕਰਦਾ ਜਾ ਰਿਹਾ ਹੈਗਾ ਜੀ। ओके सर, थैंक यू जी। थैंक यू सर, थैंक यू वेरी मच जी। हाँ जी अगली कॉल जी। हाँ जी हिरेन जी तो आप ऑन दी रहे। हिरेन जी प्लीज गो हेड। वेलकम सर। युधिष्ठिर जी सत श्रीकाल, नमस्कार। कैसे आप? सत श्रीकाल, नमस्कार सर। मैं बिल्कुल ठीक हूँ। और पीके जी पे भी सर नमस्कार। नमस्कार सर। नमस्कार सर जी। युधिष्ठिर जी आप सवाल अभी रियल एस्टेट से रिलेटेड पूछना है या कुछ भी बात कर सकते हैं? आगे से जो टॉपिक है वो नहीं, जो बाकी टॉपिक्स हैं वो भी आधे घंटे बाद करेंगे। 11:30 से 12:30 अभी 24 मिनट और सिर्फ रियल एस्टेट, फाइनेंस, इकोनॉमी, इन पे आज बात करेंगे। ठीक है। और तो कोई तो सर रियल एस्टेट के बारे में, ये जो अभी रेंट के बारे में मैंने ब्रैम्पटन का कुछ सुना, ऊपर से ही सुना, मुझे इतनी डिटेल मालूम नहीं है, मगर जो भी है अच्छा है क्योंकि वो रेगुलराइज होना चाहिए और लॉफुली होना चाहिए। क्योंकि बहुत इनह्यूमन कंडीशन में और अनहेल्दी कंडीशन में और अनसेफ कंडीशन में लोग रह रहे, वो ऐसा मुझे मालूम है। मतलब मैंने भी देखा हुआ है अपनी आंखों से। मैं भी रियल एस्टेट में हूँ, मैं रियल एस्टेट का और रेंटल में मैं ज़्यादा काम करता हूँ। अब तक मैंने रेंटल में काम किया पिछले 2-3 साल से। मैं नया रियल्टर हूँ और अभी बाय सेल में अभी मेरा बस जस्ट स्टार्टिंग है, तो अच्छा हो रहा है सर जो भी हो रहा है। बिल्कुल ठीक बात है, मैं सहमत हूँ जी। बिल्कुल आप मेरे को कभी मिलिएगा, बैठेंगे। आपका क्यों खाली रजिस्टर करते हो, इन्वेस्टमेंट्स भी करो और रीसेल में भी जाओ। कोई मेरी कोई हेल्प चाहिए आप मेरे को बिल्कुल कभी भी आके मिल सकते हैं, टेक्स्ट मैसेज डाल के। आई कैन गाइड यू। और ये जो लाइसेंसिंग की बात है, ये अति हो गई थी, अति हो गई। नॉट ओनली इन ब्रैम्पटन, पील नहीं है सर, आउटस्कर्ट्स ऑफ डाउनटाउन के बाहर कुछ ऐसी जगहें हैं, डाउन व्यू जैसी कुछ जगह है, डैनफोर्ड के आगे कुछ पुराने घर हैं जहाँ पर गंद भी मचा हुआ है सर। एक छोटे से घर के अंदर आप मान सकते हैं 16 टेनेंट रह रहे हैं सर। 16 मतलब मैं मुझे वर्ड निकल रहा है, जानवर इकट्ठे 16 नहीं रहते इतनी जगह में। ये तो हर सिटी को कर देना चाहिए मेरे हिसाब से।
जी जी पीके जी, हम और आप एक दूसरे के एक्चुअली जानते हैं, क्योंकि हमारा आपका एक है मेरी मतलब दोस्त है, वो आपके वहाँ ही आपके साथ ही काम करती है, तो हम आपस में काफी काम शेयर कर लेते हैं। जी जी जी, वेरी नाइस जी, गॉड ब्लेस। जी जी जी, थैंक यू ਸਰ, ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਰ। ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਕਾਫੀ ਜ਼ਿਆਦਾ ਇਹਦੇ ਬਾਰੇ ਮੇਅਰ ਸਾਹਿਬ ਨੇ ਵੀ ਕਿਹਾ ਹੈਗਾ, ਪਰ ਇਹਦੇ ਬਾਰੇ ਪ੍ਰੋਟੈਸਟ ਜਿਹੜੇ ਨੇ ਉਹ ਵੀ ਬੜੇ ਮੈਸਿਵ ਲੈਵਲ ਦੇ ਉੱਤੇ ਫਿਰ ਵੀ ਚੱਲੇ ਜਾ ਰਹੇ ਨੇ। ਅਸੀਂ ਅਗਲੇ ਟੌਪਿਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਜਗ੍ਹਾ ਤੇ ਵਧੀਆ ਚੀਜ਼ ਹੈ, ਠੀਕ ਹੈ ਜੀ? बिल्कुल, हर जगह भी होना चाहिए, हर जगह ही होना चाहिए, ऑल ओवर कनाडा होना चाहिए मेरे ख्याल में। इनह्यूमन, एक बंदे को पैसे नहीं हैगे, मैं छोटी जी एक एग्जांपल देना, एक बंदे को पैसे नहीं हैगे, वो अफोर्ड नहीं कर पा रहा, क्या कुत्तियां वकन या जानवर वकन उसके नाल असीं सुन करांगे? नहीं ना, इंसान है, इंसान वकन नहीं रखांगे ना। उन्होंने भी पूरा हक है ताजी हवा लैन दा, उन्होंने भी पूरा हक है ਕੱਲ ਨੂੰ ਕੋਈ ਪ੍ਰੋਬਲਮ ਹੁੰਦੀ ਤੇ ਜਾਨ ਬਚਾ ਕੇ ਦੌੜਨ ਦਾ। ਇਹ ਕੋਈ ਤਰੀਕਾ ਹੋਇਆ ਕਿ ਅਸੀਂ ਉਹਦਾ ਬੈਨੀਫਿਟ ਚੁੱਕ ਰਹੇ ਹਾਂ ਇਸ ਗੱਲ ਦਾ? ਇਹ ਮੇਰੇ ਖਿਆਲ ਨਾਲ ਬੜਾ ਇੰਪੋਰਟੈਂਟ ਹੈ। ਇਟਸ ਇਨਹਿਊਮਨ ਅਗਰ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਜਾਏਗਾ। ਮੈਂ ਤੇ ਮਤਲਬ ਕਿ ਕੀ ਕਹਾਂ, ਹੁਣ ਇੱਕ ਵਾਰ ਮੈਨੂੰ ਇੱਕ ਜਗ੍ਹਾ ਜਾਣਾ ਪੈ ਗਿਆ ਤੇ ਜਾ ਕੇ ਮੈਂ ਜਿਸ ਅੰਦਰ ਬੱਚੇ ਬੈਠੇ ਹੋਏ ਦੇਖੇ, ਓ ਮਾਈ गॉड, ਅੱਖਾਂ 'ਚ ਆਂਸੂ ਆ ਗਏ ਸਰ। मतलब मैं तुम्हें एक्सप्लेन नहीं कर सकता कि जो मैं उस वक्त दुखी होया देखकर। और दोज वर चाइनीज टाइप के बच्चे सीगे, एग्जैक्टली चाइनीज सी या कोरियन सी, कौन सी पहचाना नहीं जाता, वो बच्चे सीगे। बहुत ज्यादा ही दुख होया। अब यह दुख होया कि असी ऐसी कंट्री रह रहे हैं जिथे यह हाल है जी। ठीक है, अच्छा अगली कॉल ਤੇ ਜਾਣ ਤੋਂ ਪਹਿਲਾਂ, ਹਾਂਜੀ गिरीश जी आपकी अगली कॉल है, पर पीके जी मैं 1 मिनट बाकी कॉल से ਜਾਣ ਤੋਂ ਪਹਿਲਾਂ ਤੁਹਾਡੇ ਕਮੈਂਟਸ ਲੈ ਲਾਂ, ਕਿਉਂਕਿ समय बहुत तेजी ਨਾਲ ਨਿਕਲ ਜਾਂਦਾ ਹੈ। ਕੱਲ ਬਿਲਕੁਲ ਕੱਲ ਦੀ ਤਾਜ਼ਾ ਖਬਰ ਹੈ, ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਨੇ ਕੱਲ ਕਿਹਾ ਹੈਗਾ ਕਿ ਇਟ ਇਜ਼ ਰੀਜ਼ਨੇਬਲ ਟੂ ਐਕਸਪੈਕਟ फर्दर रेट कट्स। उन्होंने कल दी गल कही, उन्होंने कहा कि जिहड़ी इन्फ्लेशन हैगी है इट कंटिन्यूज टू ईज। ਇਹ ਉਹਨਾਂ ਨੇ ਕੱਲ ਦਾ ਤਾਜ਼ਾ ਬਿਆਨ ਜਿਹੜਾ ਦਿੱਤਾ ਹੈ, ਤੁਹਾਡੇ ਇਸ ਤੇ ਕਮੈਂਟ ਲੈਣਾ ਚਾਹਾਂਗਾ। उन्होंने ਇੱਥੇ तक भी कहता हैगा कि शायद 50 बेसिस पॉइंट भी घटाने पै जान। उन्होंने कहा कि वी आर इन द टारगेट ऑफ 1 to 3 इन्फ्लेशन के टारगेट के अंदर ਅਸੀਂ ਆ गए हैं। लेकिन उन्होंने कहने के बाद थर्ड अपने वर्ड दूसरे पासे भी लै गए कि लेकिन नहीं, अगर इन्फ्लेशन अगर मतलब थल्ले ਵੱਲ नहीं जाती या थोड़ी उत्ते जाती तो ਅਸੀਂ फिर इन्हू होल्ड भी कर लांगे। अपने वर्ड ਨੂੰ सेव करने वास्ते उन्होंने यह गल कहती कि होल्ड भी कर लांगे। लेकिन हिंट टाइम ऑड्स इस वक्त यह हो चुके हैं सर कि शायद 50 बेसिस पॉइंट ਜਿਹੜਾ ਹੈਗਾ ਕੱਟ 23 ਅਕਤੂਬਰ ਨੂੰ ਆਏਗਾ। और उन्होंने खुल के पहली बार मेरे हिसाब नाल इन्नी खुल के गल की है। कल इस तो पहले भी उन्होंने जो उसका इंटरेस्ट डिक्लेयर किया सीगा 24 जुलाई तो उन्होंने हिंट दिता सीगा थोड़ा जिहा, लेकिन कल तो बहुत स्ट्रॉन्ग सीगा इन्हां दा है कि भी शायद 50 बेसिस पॉइंट तक भी चले जाएंगे, क्योंकि वो टारगेट अपना टाइम से पहले अचीव कर रहे हैं जी। एंड आई एम हैप्पी, इट हैज टू बी देयर, होना चाहिए है। लेकिन क्योंकि सर डेलिकेंसीज वगैरह और बुरा हाल होया पे इस वक्त लोगों का, देखो ना आरबीसी की जो रिपोर्ट आई हैगी, यह रिपोर्ट जी जगह अलग अलग बैंकों की आ रही ने, वेरी डेंजरस, बहुत ज्यादा जिन कहते हैं। इतने तक एक रिपोर्ट इन्हों की आई है कि आरबीसी रिपोर्ट कह रहा है कि डेलिकेंसीज 90+ डे की हो चुकी है सर। और उन्होंने यह कहेगा कि उन्होंने जी इंक्रीज हुई है 170% हायर देन लास्ट ईयर, 170% ज्यादा हो गया पिछले साल तो। उन्होंने यह भी कहता है कि उन्होंने पोर्टफोलियो खुद का आरबीसी का खुद का जीटीए का पोर्टफोलियो है और सीरियस डेलिकेंसी से जा रहा है 90+ डेज। एंड एक लाइन उन्होंने यूज की है बड़ी इंपॉर्टेंट आरबीसी ने, टोरंटो रियल एस्टेट इज कोलैप्सिंग मच फास्टर देन मोस्ट रियलाइज। सर असली तो हम 2025 नजर आएगा जिस लोगों की 24 भी बहुत ज्यादा डेलिकेंसी हुई ने, 25 अंदर मैक्सिमम रेन्यूअल आ रहा है। और थैंक्स टू बैंक ऑफ कनाडा जिन्हें उस तो पहले ही 3-4-5 बार इंटरेस्ट रेट कट करता, नहीं तो इन्हें होर वध जाना सीगा जी। मैं खबर ਜਿਹੜੀ ਅਗਲੀ ਦੇਣ ਜਾ ਰਿਹਾ ਉਹ ਸਾਡੇ ਕੱਲ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ। ਕੱਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਕੱਲ ਇੱਕ ਮੀਡੀਆ ਦੇ ਨਾਲ ਗੱਲਬਾਤ ਕੀਤੀ ਔਰ ਰੀਅਲ ਸਟੇਟ ਦੇ ਬਾਰੇ ਜਿਹੜੇ ਕਾਨੂੰਨ ਆਏ ਉਹਦੀਆਂ ਟੈਕਨੀਕਲ ਡਿਟੇਲਸ ਕੱਲ ਜਾਰੀ ਕੀਤੀਆਂ। ਮੈਂ ਅੱਗੇ ਚੱਲ ਕੇ ਉਹ ਵੀ ਸ਼ੇਅਰ ਕਰਾਂਗਾ ਤੁਹਾਡੇ ਨਾਲ। ਕੋਈ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ ਉਹ ਕਰ ਲਵਾਂ। ਉਹਨਾਂ ਨੇ 2 ਇੰਪੋਰਟੈਂਟ ਚੀਜ਼ਾਂ ਤੇ ਕੱਲ ਉਹਨਾਂ ਨੇ ਰੀਅਲ ਸਟੇਟ ਦੇ ਨਾਲ ਸੰਬੰਧਿਤ ਗੱਲ ਕੀਤੀ ਹੈ, ਡਾਊਨ ਪੇਮੈਂਟ ਔਰ ਐਲੀਜੀਬਿਲਿਟੀ ਫॉर 30 ईयर ਮੋਨਟਾਈਜੇਸ਼ਨ। ਸੋ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਜੀ ਕੀ ਕਹਿ ਰਹੇ ਨੇ, ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੀ ਅੱਗੇ ਇਲੈਕਸ਼ਨਾਂ ਦਾ ਡਰ ਇਹਨਾਂ ਨੂੰ ਸਤਾ ਰਿਹਾ, ਸ਼ਾਇਦ ਇਸ ਲਈ ਰੀਅਲ ਸਟੇਟ ਦਾ ਇਹਨਾਂ ਨੂੰ ਪਤਾ ਹਾਊਸਿੰਗ ਦਾ ਮਾਮਲਾ ਤੇ ਰੀਅਲ ਸਟੇਟ ਦੇ ਵਿੱਚ ਬੜੇ ਚੇਂਜਸ ਲੈ ਕੇ ਆ ਰਹੇ ਨੇ। ਅੱਜ ਬਲਾਕ ਪਾਰਟੀ ਲੀਡਰ ਨੇ ਕਹਿਤਾ ਕਿ ਜੇ 2 ਗੱਲਾਂ ਇਹਨਾਂ ਦੀਆਂ ਨਹੀਂ ਮੰਨੀਆਂ ਤਾਂ 29 ਅਕਤੂਬਰ ਤੋਂ ਪਹਿਲਾਂ ਅਸੀਂ ਸਰਕਾਰ ਗਿਰਾ ਦੇਣੀ। ਅੱਜ ਬਲਾਕ ਨੇ ਬੜੀ ਵੱਡੀ ਧਮਕੀ ਦੇ ਦਿੱਤੀ ਹੈ ਕਿ 29 ਅਕਤੂਬਰ ਦੀ ਡੈਡਲਾਈਨ ਦੇ ਦਿੱਤੀ ਹੈ ਕਿ ਤੁਸੀਂ 1.5 ਮਹੀਨੇ ਦੇ ਵਿੱਚ ਆ 2 ਗੱਲਾਂ ਸਾਡੀਆਂ ਮੰਨੋ। ਮੈਂ ਅੱਗੇ ਚੱਲ ਕੇ ਦੱਸਾਂਗਾ ਕਿਹੜੀਆਂ 2 ਗੱਲਾਂ ਉਹ ਮੰਗ ਕਰ ਰਹੇ ਨੇ। ਅੱਜ ਸਵੇਰੇ ਇਹ ਗੱਲ ਹੋ ਗਈ ਹੈ। ਅੱਛਾ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਦਿਲਾਵਰ ਸਾਹਿਬ ਤੁਸੀਂ ਆਉਂਦੇ ਰਹੋ। ਦਿਲਾਵਰ ਜੀ, ਫਿਰ ਉਸ ਤੋਂ ਬਾਅਦ ਗਿਰੀਸ਼ ਜੀ ਕਾਲਸ ਵੀ ਲੀਜੀਏ ਨਾਲ ਦੀ ਨਾਲ। ਹਾਂਜੀ ਦਿਲਾਵਰ ਸਾਹਿਬ ਗੋ ਹੈਡ। ਹਾਂ ਸਤਿ ਸ਼੍ਰੀ ਅਕਾਲ ਜਗਦੀਪ ਸਾਹਿਬ ਤੇ ਐਂਡ ਆਪਣੇ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਂ ਇਹ ਗੱਲ ਤੁਸੀਂ ਕਹੀ ਆ ਹੁਣੇ ਇੱਕ ਗੱਲ ਬਈ ਬੱਚਿਆਂ ਨੂੰ ਜਾਨਵਰਾਂ ਦੀ ਤਰ੍ਹਾਂ ਰੱਖਿਆ ਗਿਆ ਜੀ ਜੀ।
ਕੌਣ ਰੱਖ ਰਿਹਾ ਇਹਨਾਂ ਨੂੰ ਜਾਨਵਰਾਂ ਦੀ ਤਰ੍ਹਾਂ ਕਿ ਆਪ ਰਹਿ ਰਹੇ ਆ। ਇਹ ਦੋ ਚੀਜ਼ਾਂ ਆ। ਜੇ ਤੁਸੀਂ ਕਹੋ ਤਾਂ ਮੈਂ ਵੀ ਬਰੈਂਪਟਨ ਦੇ ਵਿੱਚ ਰਹਿ ਰਿਹਾ, ਠੀਕ ਹੈ ਜੀ। ਇੱਕ ਨੂੰ ਕੋਈ 2 ਲਈ 3 ਲਈ ਦਿੰਦਾ ਬੇਸਮੈਂਟ, ਉਹ ਚੋਰੀ ਆ ਕੇ 5 7 10 ਜਣੇ ਬਣ ਜਾਂਦੇ ਆ ਹੈ। ਬਾਅਦ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਸਿਸਟਮ ਚੱਲਦਾ ਜੀ, ਕੇਸ ਕਰੋ ਜੀ, ਬਾਹਰ ਕੱਢੋ ਜੀ, ਕੋਈ ਨਹੀਂ ਕੱਢਦਾ, ਪੁਲਿਸ ਨੂੰ ਕਾਲ ਨਹੀਂ ਕੱਢ ਸਕਦੇ ਜੀ, ਜਾਓ ਜੀ ਜਾ ਕੇ ਉਹਨਾਂ ਨੂੰ ਦੱਸ ਦਿਓ ਜੀ ਸਾਲ ਲੰਘ ਗਿਆ ਜੀ, 6 ਮਹੀਨੇ ਲੰਘ ਗਿਆ, ਆਹ ਕੁਛ ਹੁੰਦਾ ਜੇ ਉਹ ਕੱਢਣਾ ਨਹੀਂ ਚਾਹੁੰਦਾ ਕੋਈ, ਠੀਕ ਹੈ ਜੀ। ਇਹ ਦੋ ਤਰਫਾ ਹੈ। ਕੁਛ ਲੋਕ ਹੋਣਗੇ ਜਿਹੜੇ ਇਸ ਤਰ੍ਹਾਂ ਕੋਈ ਰੱਖ ਰਹੇ ਹੋਊਗੇ ਵੀ 200 ਜਾਂ 500 ਡਾਲਰ ਤੇ ਬੱਚੇ ਨੂੰ ਇੱਕ ਨੂੰ, ਉਹਦੇ ਹਿਸਾਬ ਨਾਲ 10 ਉਹਨੇ ਰੱਖ ਲਿਆ, 5000 ਬਣਾ ਲਿਆ, ਉਹ ਇੱਕ ਅੱਧਾ ਹੀ ਭਮਾ ਹੋਊਗਾ। ਬਾਕੀ ਤਾਂ ਜ਼ਿਆਦਾ ਕਰਕੇ ਜਿਹੜੇ ਬੱਚੇ ਆ ਜਿਹਨਾਂ ਨੂੰ ਕਹਿ ਰਹੇ ਆਪਾਂ ਬੱਚੇ ਨਾ, ਅੱਜ ਕੱਲ੍ਹ ਮੈਨੂੰ ਤਾਂ ਲੱਗਦਾ ਕੋਈ ਬੱਚਾ ਨਹੀਂ ਹੈਗਾ। ਨੈਟ ਦਾ ਸਮਾਂ ਹੈ, ਕੋਈ ਬੱਚਾ ਨਹੀਂ ਅੱਜ ਕੱਲ੍ਹ। ਇਹ ਨੈਟ ਦੀ ਪੈਦਾਇਸ਼ ਆ। ਤੁਸੀਂ ਏਦਾਂ ਨਾ ਕਰੀ ਜਾਓ ਅੱਗੇ ਵਾਲੇ ਜ਼ਮਾਨੇ ਵਾਲੀਆਂ ਗੱਲਾਂ ਵੀ ਪੁਰਾਣੇ ਜ਼ਮਾਨੇ 'ਚ ਜਿੱਦਾਂ ਬੱਚੇ ਇਹ ਬੱਚੇ ਨਹੀਂ, ਸਾਰਾ ਕੁਝ ਜਾਣਦੇ ਵੀ ਆ। ਇਹ ਕੁਛ ਹੋਵੇ ਤੇ ਨਹੀਂ ਜਾਣਦੇ, ਪਰ ਜ਼ਿਆਦਾ ਕਰਕੇ ਸਾਰਾ ਕੁਝ ਜਾਣਦੇ ਹੋਏ ਜਾਣ ਵਧੀਆ ਕਰਿਆ। ਤੁਸੀਂ ਇਹ ਮੈਨੂੰ ਦੱਸੋ ਵੀ ਇਹ ਜਾਣੀ ਕਿ ਰੱਖੇ ਗਏ ਆ ਜਾਂ ਆਪ ਰਹਿ ਰਹੇ ਆ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ। ਇਹ ਦੋਨੋਂ ਪਾਸੇ ਹੈਗਾ। ਮੈਂ ਇਸ ਗੱਲ ਤੋਂ ਸਹਿਮਤ ਹੈਗਾ, ਤਾਂ 100% ਸਹਿਮਤ ਹਾਂ ਤੁਹਾਡੇ ਨਾਲ। ਇਹ ਦੋਨੋਂ ਪਾਸੇ ਹੈਗਾ ਕਿ ਕਈ ਜਗ੍ਹਾ ਰੱਖੇ ਜਾਂਦੇ ਨੇ, ਕਈ ਜਗ੍ਹਾ ਆਪਣੇ ਆਪ ਵੜ ਜਾਂਦੇ ਨੇ। ਯੂ ਆਰ ਵੈਰੀ ਰਾਈਟ, ਆਈ ਐਮ ਵਿਦ ਯੂ। ਇਹਨੂੰ ਤਾਂ ਅਸੀਂ ਡਿਨਾਈ ਨਹੀਂ ਕਰ ਰਹੇ ਇਸ ਗੱਲ ਨੂੰ। ਹਰ ਗੱਲ ਦਾ ਪਹਿਲੂ ਹੁੰਦੇ ਨਾ ਜੀ ਦੋ। ਤੁਸੀਂ ਬਿਲਕੁਲ 100% ਠੀਕ ਗੱਲ ਕੀਤੀ ਹੈ। ਬਾਕੀ ਤੁਸੀਂ ਕਹਿ ਰਹੇ ਹੋ ਬੱਚੇ ਡਜ਼ਨਟ ਮੀਨ ਬੱਚੇ ਮਤਲਬ ਅਕਲ ਕੇ ਕੱਚੇ ਬੱਚੇ, ਮਤਲਬ ਛੋਟੀ ਉਮਰ ਦੇ ਉਹਨਾਂ ਨੂੰ ਬੱਚੇ ਕਹਾਂਗਾ, ਉਹਨਾਂ ਨੂੰ ਅੰਕਲ ਤੇ ਕਹਾਂਗਾ ਨਹੀਂ, ਬੱਚੇ ਨੂੰ ਬੱਚਾ ਹੀ ਕਹਾਂਗਾ। ਹੁਣ ਮੈਂ ਕਹਾਂ ਕਿ ਜੀ ਮੈਂ ਬੱਚੇ ਦਾ ਤੁਸੀਂ ਤਾਂ ਸਮਝੋ ਕਿ ਉਹ ਅਕਲ ਦੇ ਕੱਚੇ ਨੇ, ਦੇ ਆਰ ਵੈਰੀ ਬ੍ਰਿਲੀਅੰਟ। ਉਹ ਵੀ ਤੁਸੀਂ ਗੱਲ ਠੀਕ ਕੀਤੀ ਹੈ। ਉਹ ਸਾਡੇ ਤੋਂ ਜ਼ਿਆਦਾ ਜਾਣੇ, ਇੰਟਰਨੈਟ ਦਾ ਜ਼ਮਾਨਾ ਸਰ ਕੁਝ ਹੋ ਚੁੱਕਿਆ ਹੈ, ਪਰ ਬੱਚੇ ਨੂੰ ਤਾਂ ਮੈਂ ਬੱਚਾ ਹੀ ਕਹਾਂਗਾ ਸਰ, ਅੰਕਲ ਥੋੜਾ ਕਹਾਂਗਾ। ਨਹੀਂ ਠੀਕ ਹੈ ਤੁਹਾਡੀ ਗੱਲ, ਮੈਂ ਮੰਨਦਾ, ਸਹਿਮਤ ਹਾਂ ਤੁਹਾਡੀ ਗੱਲ ਨਾਲ। ਪਰ ਅਸੀਂ ਬਰੈਂਪਟਨ 'ਚ ਦੇਖਦੇ ਹਾਂ ਬਹੁਤ ਕੁਛ ਆ, ਜ਼ਿਆਦਾ ਕੁਛ ਜੋ ਤੁਸੀਂ ਕਹਿ ਰਹੇ ਹੋ। ਲੈਂਡਲੋਰਡ ਹੋਣਗੇ ਕੁਛ ਉਹੋ ਜਿਹਾ, ਮੈਂ ਨਹੀਂ ਕਹਿੰਦਾ ਜਿਹੜੇ ਕੀ ਉਹਨੂੰ ਗਰੀਡੀ ਆ, ਜਿਹੜੇ ਜਿਨ੍ਹਾਂ ਨੇ 2-2 4-4 ਘਰ ਲੈ ਕੇ ਨਾ ਉਹ ਬਾਅਦ ਦੇ ਵਿੱਚ ਰੈਂਟ ਵਾਲਾ ਸਿਸਟਮ ਕਰ ਲਿਆ ਵੀ 4 ਸਾਲ ਦਾ 2 ਸਾਲ ਬਾਅਦ ਜਦੋਂ ਪ੍ਰਾਈਸ ਅੱਪ ਗਈ, ਜਿੱਦਾਂ ਅੱਗੇ ਗਈਆਂ ਸੀ ਅੱਪ, ਇੱਦਾਂ ਹੀ ਜਾਂਦੀਆਂ ਰਹਿਣੀਆਂ ਤਾਂ ਅਸੀਂ ਵੇਚ ਕੇ $1 ਮਿਲੀਅਨ ਬਣਾਉਂਦੇ ਰਹਿਣਾ। ਉਹ ਕੁਛ ਲੋਕ ਹੋਊਗੇ। ਨਹੀਂ ਜ਼ਿਆਦਾ ਕਰਕੇ ਮੇਰਾ ਨਹੀਂ ਖਿਆਲ ਕੋਈ ਜਿਹੜਾ ਬੰਦਾ ਕੋਈ ਇੱਕ ਜਾਂ ਦੂਜਾ ਘਰ ਲੈਂਦਾ ਵੀ ਉਹ ਮੇਰਾ ਘਰ ਕੋਈ ਤੋੜੇ ਜਾਂ ਉਹ 'ਚ ਗੰਦ ਪਾਵੇ। ਮੈਂ ਇਹਦੇ ਨਾਲ ਨਹੀਂ ਸਹਿਮਤ। ਜ਼ਿਆਦਾ ਕਰਕੇ ਲੋਕ ਬਹੁਤ ਧੱਕੇ ਨਾਲ ਵੱਢ ਰਹੇ, ਤੁਸੀਂ ਮੰਨੋ ਜਾਂ ਨਾ ਮੰਨੋ। ਉਹ ਮੈਂ ਤਾਂ ਇੱਥੇ ਤੱਕ ਕਹਿ ਦਿੰਦਾ ਵੀ 50 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਇੱਥੇ ਲੋਕ ਰਹਿ ਰਹੇ ਉਹਨਾਂ ਨੂੰ ਮੂੰਹ ਹੀ ਨਹੀਂ ਕਰਦੇ। ਉਹ ਜਿੱਦਾਂ ਨੇ ਉਹਨਾਂ ਤੋਂ ਸਮੈਲ ਭੈੜੀ ਆਉਂਦੀ ਆ। ਜੇ ਤੁਸੀਂ ਬਣਾਉਣਾ ਵੀ ਚਾਹੁੰਦੇ ਆ ਉਹ ਪਰੇ ਨੂੰ ਜਾਂਦੇ ਆ। ਮੇਰਾ ਕਹਿਣ ਦਾ ਭਾਵ ਨਾ, ਜੇ ਤੁਸੀਂ ਪੁੱਛਦੇ ਨਹੀਂ ਆ ਵੀ ਜਾਂ ਕੋਈ ਹੈਲਪ ਚਾਹੀਦੀ ਆ ਹੋਵੇ ਤਾਂ ਮੈਂ ਇਹਦੀ ਹੈਲਪ ਕਰ ਸਕਦਾ, ਪਰ ਉਹ ਕਹਿੰਦੇ ਤੂੰ ਤਾਂ ਹੈ ਹੀ ਉਹ ਪੁਰਾਣੇ ਆ, ਤੁਸੀਂ ਤਾਂ ਦੁਸ਼ਮਣ ਆ ਸਾਡੇ। ਏਦਾਂ ਨਾਲ ਤਾਂ ਇੱਥੇ ਹਾਲਾਤ ਬਣੇ ਪਏ ਆ। ਦੋਨੋਂ ਪਾਸੇ ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਿਉਂਕਿ ਜਿਹੜੇ ਬੱਚੇ ਕਿਰਾਇਆ ਨਹੀਂ ਦੇ ਪਾ ਰਹੇ, ਉਹ ਜਾ ਕੇ ਕਹਿੰਦੇ ਨੇ ਅਸੀਂ 2 ਕੁੜੀਆਂ ਜਾਂ 2 ਮੁੰਡੇ ਇਕੱਠੇ ਕਮਰੇ ਲੈ ਲਾਂਗੇ, ਤੂੰ ਸਾਡੇ ਕੋਲ ਕਮਰੇ ਦੇ $700 ਲੈ ਲਓ। ਉਹ ਵੀ ਗੱਲ ਠੀਕ ਹੈ, ਉਹ ਵੀ ਗੱਲ ਠੀਕ ਹੈ। ਚਲੋ ਦੋ ਬੱਚਿਆਂ ਤੱਕ ਤਾਂ ਠੀਕ ਹੈ, ਪਰ ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਈ ਵਾਰ ਲੈਂਡਲੌਰਡ ਦੱਸੇ ਬਗੈਰ 2 ਦੀ ਜਗ੍ਹਾ 4 ਆ ਕੇ ਬਹਿ ਜਾਂਦੇ ਨੇ ਤੇ ਉਹ ਫਿਰ ਲੈਂਡਲੌਰਡ ਨੂੰ ਪਤਾ ਹੀ ਨਹੀਂ ਚੱਲਦਾ। ਹਰ ਚੀਜ਼ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਮੇਰੀ ਜਾਣ ਪਛਾਣ ਦੀ ਗੱਲ ਆ ਨਾ, ਜਦੋਂ ਜੇ ਲੈਂਡਲੌਰਡ ਚੈੱਕ ਵੀ ਕਰਦਾ ਵੀ ਆਹ ਯਾਰ 2 ਬੰਦੇ ਕੌਣ, ਇਹ ਉੱਥੋਂ ਸਡਬਰੀ ਤੋਂ ਆਇਆ ਸੀ ਮੇਰਾ ਫਰੈਂਡ, ਇਹਨੇ 2 ਦਿਨ ਰਹਿਣਾ ਚਲੇ ਜਾਣਾ। ਉਹ ਜਦੋਂ ਵੀਕ ਲੰਘਦਾ ਫੇਰ ਉੱਥੇ ਦਾ ਉੱਥੇ ਹੀ ਹੁੰਦਾ, 2 ਵੀਕ ਲੰਘਦਾ ਫੇਰ ਜਦੋਂ ਉਹ ਦੂਸਰੇ ਤਰ੍ਹਾਂ ਉਹ ਕਹਿੰਦਾ ਜਾ ਕਰ ਲਾ ਜੋ ਕਰਨਾ, ਤੂੰ ਆ ਹੀ ਨਹੀਂ ਸਕਦਾ ਥੱਲੇ, ਮਤਲਬ ਕਹਿੰਦਾ ਬੇਸਮੈਂਟ 'ਚ ਹੀ ਨਹੀਂ ਆ ਸਕਦਾ। ਕੀ ਕਰੂਗਾ ਕੋਈ? ਅੱਜ ਗੱਲ ਕਹੀ ਇੱਥੇ ਤੱਕ ਤਾਂ ਨੌਬਤ ਆਈ ਆ। ਮਤਲਬ ਕਹਿੰਦਾ ਭਾਵ ਗਵਰਨਮੈਂਟ ਨੂੰ ਕੋਈ ਲਾ ਕਾਨੂੰਨ ਤਾਂ ਬਣਾਉਣਾ ਚਾਹੀਦਾ ਨਾ। ਇਹਦੇ ਤੇ ਤਾਂ ਬਣਾ ਤਾਂ ਇਹ ਵੀ ਬਣਾ ਦੇ ਨਾ ਸਰ। 99% ਪ੍ਰੋਬਲਮ ਸੋਲਵ ਹੋ ਜਾਂਦੀ ਹੈ ਸਰ, ਅਗਰ ਪ੍ਰੋਪਰ ਢੰਗ ਨਾਲ ਲੀਗਲ ਡਾਕੂਮੈਂਟ ਬਣੇ ਹੋਏ, ਐਗਰੀਮੈਂਟ ਬਣੇ ਹੋਏ, ਉਹਦੇ ਅੰਦਰ ਰੈਜ਼ੀਡੈਂਟ ਦੇ ਨਾਂ ਤੇ ਐਡਰੈਸ ਨਾ ਔਰ ਉਹਨਾਂ ਦੀ ਪੂਰੀ ਡਿਟੇਲ ਪਲੱਸ ਸਿਗਨੇਚਰ ਲਿਖੇ ਜਾਣ ਔਰ ਪੂਰਾ ਪ੍ਰੋਪਰ ਕਾਗਜ਼ ਬਣੇ ਜਾਣ, ਪ੍ਰੋਪਰ ਮੰਥਲੀ ਇੰਸਪੈਕਸ਼ਨ ਕੀਤੀ ਜਾਏ, ਅੰਡਰ ਸੈਕਸ਼ਨ 22C ਜਾ ਕੇ ਆਪਣਾ ਨੋਟਿਸ ਦੇ ਕੇ ਇੰਸਪੈਕਸ਼ਨ ਕੀਤੀ ਜਾਏ। ਉਹਨਾਂ ਨੂੰ 99.9% ਪ੍ਰੋਬਲਮ ਨਹੀਂ ਆਉਂਦੀ। ਇਹ ਪ੍ਰੋਬਲਮ ਉੱਥੇ ਹੀ ਆਉਂਦੀ ਹੈ ਜਿੱਥੇ ਕਾਗਜ਼ ਐਵੇਂ ਬਣਾਏ ਜਾਂਦੇ ਨੇ, ਕੁਝ ਨਹੀਂ ਬਣਾਏ ਜਾਂਦੇ, ਵਰਬਲੀ ਰੱਖ ਲਿਆ ਜਾਂਦਾ ਹੈ, ਕਿਰਾਇਆ ਅੰਡਰ ਦਾ ਟੇਬਲ ਪੜ ਲਿਆ ਜਾਂਦਾ ਹੈ, ਗਵਰਨਮੈਂਟ ਨੂੰ ਸ਼ੋ ਨਹੀਂ ਕੀਤਾ ਜਾਂਦਾ। ਸਮੱਸਿਆ ਵੀ ਉੱਥੇ ਆਉਂਦੀ ਹੈ ਜ਼ਿਆਦਾਤਰ। ਹਾਂ ਤੇ ਉਹੀ ਆ, ਟੈਕਸ ਅਸੀਂ ਦੇਣਾ ਨਹੀਂ ਚਾਹੁੰਦੇ, ਪੇਪਰ ਸਾਡੇ ਪੂਰੇ ਨਹੀਂ ਹੈਗੇ, ਫਿਰ ਅਸੀਂ ਰੌਲਾ ਪਾਉਂਦੇ। ਉਹ ਤਾਂ ਗੱਲ ਹੈ, ਮੈਂ ਸਹਿਮਤ ਹਾਂ। ਅਸੀਂ ਆਪ ਦੇਖਦੇ ਹਾਂ ਇੱਥੇ ਚਲੇ ਆਓ। ਠੀਕ ਹੈ ਜੀ, ਥੈਂਕ ਯੂ। ਜ਼ਿਆਦਾ ਨਹੀਂ ਲੰਬਾ ਥੈਂਕ ਯੂ ਜੀ। ਸਰ ਲੈਂਡਲੌਰਡ ਟੈਨੈਂਟ ਬੋਰਡ ਨੇ ਚੁੱਕ ਕੇ ਕਾਗਜ਼ ਬਾਹਰ ਸੁੱਟਤੇ। ਸਾਡੇ ਕੋਲ ਐਗਜ਼ਾਮਪਲ ਹੈਗਾ, ਜਿਹਨੇ ਕਿਹਾ ਉਹਨੇ ਕਹਾ ਜੀ ਐਗਰੀਮੈਂਟ ਕਹਿੰਦਾ ਹੈ ਨਹੀਂ, ਉਹਨੇ ਬਾਹਰ ਸੁੱਟਤੀ ਜਾ ਕੇ ਐਪਲੀਕੇਸ਼ਨ ਵਿੱਚ, ਕਹਿੰਦਾ ਆਊਟ। ਪਤਾ ਐਵਰੇਜ ਕੇਸ ਹੋਏ ਨੇ, ਤੁਸੀਂ ਟੈਕਸ ਬਚਾਈ ਜਾ ਰਹੇ ਹੋ, ਅੰਡਰ ਦਾ ਟੇਬਲ ਪੈਸੇ ਲਈ ਜਾ ਰਹੇ ਹੋ, ਫਿਰ ਕਹਿੰਦੇ ਹੋ ਜੀ ਉਹ 4 ਬੱਚੇ ਐਕਸਟਰਾ ਆ ਕੇ ਬਹਿ ਗਏ। ਪਹਿਲੇ ਵੀ ਤਾਂ ਤੂੰ ਐਕਸਟਰਾ ਬਿਠਾਏ ਸੀ, ਜਿਹੜੇ ਤੂੰ ਪਹਿਲੇ ਬਿਠਾਏ ਸੀ ਉਹ ਤੂੰ ਕਿਉਂ ਬਿਠਾਏ ਸੀ? ਆਪਣਾ ਮੈਂ ਜੋ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ, ਦੂਜਾ ਜੋ ਕਰ ਰਿਹਾ ਬਿਲਕੁਲ ਗਲਤ ਕਰ ਰਿਹਾ। ਇਹ ਜਿਹੜੀ ਸੋਚ ਹੈ ਨਾ, ਇਹ ਬੰਦੇ ਨੂੰ ਮਾਰ ਦਿੰਦੀ ਹੈਗੀ ਜੀ।
ਹਾਂਜੀ ਨੈਕਸਟ ਕਾਲ ਗਰੀਸ਼ ਜੀ ਤੋਂ ਬਾਅਦ ਮਨਪ੍ਰੀਤ ਖਹਿਰਾ ਸਾਹਿਬ ਤੋਂ ਬਾਅਦ ਜਸਵਿੰਦਰ ਮੀਲੂ ਸਾਹਿਬ ਬਾਰੀ ਸਾਰੀਆਂ ਕਾਲਸ ਲੈ ਰਹੇ हैं। ਗਰੀਸ਼ ਸਾਹਿਬ ਤੁਸੀਂ ਆਉਂਦੇ ਰਹੋ। हेलो युधिष्ठ, नमस्कार जी। नमस्कार सर। अच्छा सब्रवाल साहब, नमस्कार जी। अच्छा सब्रवाल जी, ये जो इन्होंने 30 नया रूल बनाया है, 1.5 1.1 का 1.5 कर दिया, ये सब तो बस वो टैक्स ग्रैब करने के लिए किया है कि क्या 1.5 क्या कर दिया? जो मिलियन की बात कर रहे 1 बिलियन से 1.5 मिलियन? यस हाँ जी सर, हाँ जी। टैक्स क्या ग्रैब किया मुझे बताइए जरा। क्योंकि जो लैंड ट्रांसफर, जो प्रॉपर्टी वैल्यू बढ़ेगी, लैंड ट्रांसफर टैक्स होगा, वो CHMC, वो CMMG, वो एक मिनट रुकिए गिरीश जी, आप हमारे बड़े अच्छे लिसनर हैं, डाई हार्ट लिसनर हैं। मैं आपकी बातों से बड़ा खुश होता हूँ, सहमत भी होता हूँ। कई बार आपको ये भी कह चुका हूँ कि आप बड़ी अच्छी नॉलेज रखते हैं, शायद आप रियल्टर हैं। पर मुझे यहाँ पर एक बात बता दीजिए कि 1 मिलियन से 1.5 मिलियन करने से टैक्स कैसे बढ़ गया? नहीं, मैं बताता हूँ। ये तो मैं आपको कह रहे हैं कि आप मिलियन की जगह 1.5 मिलियन तक ले सकते हैं, तो मेरे को अपनी खुशी होनी चाहिए ना। कई बार गिरीश जी ये होता है कि मैं अपने फायदे को देख के इतना खुश नहीं होता जितना दूसरे को फायदे देख के रोना शुरू कर देता हूँ। नहीं सब्रवाल साहब, ये फिजिबल नहीं है ना, क्योंकि फर्स्ट टाइम को पहली बात तो इतना महंगे की जरूरत क्या है ना। वो फर्स्ट टाइम की बात ही नहीं कर रहे इसके अंदर, वो तो कोई भी ले सकता है ना सर इसको। उसकी लिमिट उन्होंने 1 मिलियन से बढ़ा के 1.5 मिलियन कर दी फॉर एनीबॉडी। फर्स्ट टाइम में उनकी बात नहीं बनी ना, तो इन्होंने ये भी चालू कर दिया ना। लेकिन नो होल्ड करिए, साथ क्लियर करते हैं। फर्स्ट टाइम इन्होंने ब्रांड न्यू और रीसेल के अंदर इन्होंने 30 ईयर एम्बोटेशन कर दी, विच इज ए वेरी बिग स्टेप, बहुत बड़ा स्टेप है। 7 से 8% किस्त कम हो जाना कोई मजाक नहीं है सर। और ऊपर से इंटरेस्ट रेट कम हो रहे हैं, आपकी जो है अफोर्डेबिलिटी टेस्ट में आप पास होते जा रहे हैं। मेरे को लगता है पिछले 10 सालों का सबसे बड़ा स्टेप है। मैं प्रो गवर्नमेंट वाली बात नहीं कर रहा, मैं एक आम बात, जनरल बात कर रहा हूँ सर। चलिए ठीक है, उससे बड़ा कोई बात नहीं। अच्छा, दूसरा ये सब ये जो इंटरेस्ट रेट कम कर रहे हैं ना, कल मैं परसों बैंक ऑफ कनाडा की वेबसाइट में पढ़ रहा था, उसमें उनकी हेडलाइन है फाइनेंशियल वल्नरेबिलिटी। तो उसमें कहते हैं कि जो ये ना हाईएस्ट, ये जो इन्वेस्टर की डिमांड की वजह से प्राइसेस बढ़ गए हैं, और उसमें कहा है कि उसमें मिस अलाइनमेंट हो गया है कि जैसे बिल्कुल, ये मैंने भी पढ़ा था। वेरी नाइस। उन्होंने लिखा है कि अब्रप्ट प्राइस करेक्शन इन फ्यूचर में आ सकता है और ये फाइनेंशियल स्ट्रेस बहुत हो जाएगा। तो इनको पता है कि ये सब आगे क्या होने वाला है, और इस वजह से ही इंटरेस्ट रेट डाउन कर रहे हैं कि लोगों की हालत खराब है। ये मैं विचार थोड़ा डालना चाह रहा था। बिल्कुल ठीक बात है, बिल्कुल ये उनकी रिपोर्ट भी आई थी, मैंने भी पढ़ी थी। लेकिन एक बात बता दूं, प्राइस करेक्शन की बात हो रही है, प्राइस रिडक्शन की बात नहीं हो रही सर। यहाँ पर अगर प्राइस रिडक्शन होगी, हमारी इकोनॉमी डोल ड्रम हो जाएगी, खड्डे में चली जाएगी। मैं बता रहा हूँ, हमारी इकोनॉमी 1/3 डिपेंड करती है रियल एस्टेट के ऊपर। प्राइस करेक्शन, आई एग्री विद यू, प्राइस अगर बढ़ना रुक गया ना, वो बहुत बड़ी करेक्शन है। अगर इन्फ्लेशन 2% है और प्राइस 0 बढ़ता है, तो समझ लीजिए प्राइस 2% कम हो गया इन्फ्लेशन के हिसाब से ना, मैं काउंट कर रहा हूँ। लेकिन अगर आप रिडक्शन कह रहे हैं, वो अगर हो जाता है, इट विल बी डिजास्टर फॉर द इकोनॉमी, नॉट ओनली कैनेडियन इकोनॉमी, एनी इकोनॉमी। पता नहीं क्या कहना चाहते हैं, लेकिन लिखा अब्रप्ट प्राइस करेक्शन लिखा हुआ है। क्योंकि साहब एक और चीज है कि देखिए इतने सारे इंडिकेटर है वहाँ पे उस वेबसाइट के ऊपर, सरकार को सब कुछ पता था, तो ऐसा होने क्यों दिया? यहाँ पे मेरी बहुत बड़ी चिंता का विषय है जी। बहुत बहुत धन्यवाद जी। थैंक यू। उसका तो जवाब किसी के पास भी नहीं है, युधिष्ठिर जी के पास भी नहीं है, किसी के पास भी नहीं है। उन्होंने क्यों होने क्यों दिया या हो गया, क्या कह सकते हैं। सोई हुई थी सरकार, क्या था, आई डोंट नो। जी बिल्कुल, थैंक यू जी। चलो चंगी गल है जी। सारे इस गल से वधिया लगता है कि सारे तुसी पढ़ते हो काफी इंटरेस्ट के नाल सारी डिफरेंट। गिरीश जी के बारे में मैं हमेशा ही कहूंगा, ये तो बहुत एजुकेट अपने आप को करके आते हैं, बहुत पढ़ के आते हैं। थैंक यू जी। नहीं बहुत सर मजा आता है। कल साढ़े सरबजीत साहब आए और उन्होंने क्रिकेट दी वो गल्लां दस दित्तियां कि मतलब कि कमाल ही कर देता है। कि मैं बड़ा खुश होना कि चाहे क्रिकेट है, रियल स्टेट है, पॉलिटिक्स है, तो बड़ी पढ़ी लिखी इनफॉर्म्ड ऑडियंस सारे अपने विचार दिंदे। सुखदेव गिल साहब ਤੁਹਾਡੀ ਕਾਲ ਅਜੇ ਅੱਗੇ ਹੋਣੀ ਹੈ, ਤੁਸੀਂ ਫੋਨ ਪਲੀਜ਼ ਨੋਟ ਕਰ ਲਓ। ਸੁਖਦੇਵ ਗਿੱਲ ਸਾਹਿਬ, ਹਾਂ ਤੁਹਾਡੀ ਕਾਲ ਹੋਣੀ ਹਜੇ। ਹਾਂਜੀ, ਮਨਪ੍ਰੀਤ ਖਹਿਰਾ ਸਾਹਿਬ, ਫਿਰ ਜਸਵਿੰਦਰ ਮਿਲੂ ਸਾਹਿਬ, ਫਿਰ ਸੁਖਦੇਵ ਗਿੱਲ ਸਾਹਿਬ ਲਵਾਂਗੇ ਵਾਰੀ ਜਿੱਦਾਂ ਆਰਡਰ 'ਚ ਕਾਲ ਆ ਰਹੀ ਉਦਾਂ ਮੈਂ ਲਈ ਜਾ ਰਿਹਾ। ਮਨਪ੍ਰੀਤ ਖਹਿਰਾ ਸਾਹਿਬ, ਯੂ ਗੋ ਹੈਡ, ਯੂ ਆਰ ਔਨ ਦੀ 에ਅਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਭਾਜੀ, ਮੈਂ ਤਾਂ ਬਸ ਥੈਂਕ ਯੂ ਹੀ ਕਰਨਾ ਸੀ ਆਪਣਾ ਪੀਕੇ ਸਾਹਿਬ ਦਾ, ਤੇ ਕਿਉਂਕਿ ਆਪਾਂ ਤੁਹਾਡਾ ਪ੍ਰੋਗਰਾਮ ਐਵਰੀ ਵੈਨਸਡੇ ਸੁਣਦੇ ਆ ਤੇ ਬਹੁਤ ਸਿੱਖਣ ਨੂੰ ਮਿਲਦਾ, ਤੇ ਆਪਾਂ ਇਹਨਾਂ ਦੀ ਗੱਲਾਂ ਮੰਨਦੇ ਆ। ਤੇ ਮੈਂ 2-3 ਗੱਲਾਂ ਇਹਨਾਂ ਦੀਆਂ ਮੰਨੀਆਂ। ਇੱਕ ਤਾਂ ਇਹਨਾਂ ਨੇ ਮੈਂ ਕਾਉਂਟੋ ਲਾਈ ਸੀ ਵੇਚਣ ਨੂੰ ਆਪਣੇ ਇਸ ਸਾਲ ਜਨਵਰੀ ਫਰਵਰੀ 'ਚ, ਤੇ ਮੈਂ ਇਹਨਾਂ ਦਾ ਪ੍ਰੋਗਰਾਮ ਸੁਣਿਆ, ਇਹ ਕਹਿੰਦੇ ਵੀ ਹੋਲਡ ਕਰ ਲਓ ਹਨਾ, ਤੇ ਮੈਂ ਹੁਣ ਹੋਲਡ ਕਰਕੇ ਉਹਨੂੰ ਰੈਂਟ ਤੇ ਦੇਤਾ ਥੋੜੇ ਟਾਈਮ ਵਾਸਤੇ, 1 ਸਾਲ ਵਾਸਤੇ। ਤੇ ਨੰਬਰ ਯਾਦ ਕਰੋਗੇ ਖੇੜਾ ਸਾਹਿਬ ਤੁਸੀਂ? ਨੰਬਰ ਦੋ ਤੁਸੀਂ। ਗੱਲ ਕਿਤੇ ਮੇਰੀ ਮੌਰਗੇਜ ਰਿਨਿਊ ਹੋ ਰਹੀ ਸੀ ਇਸੇ ਮਹੀਨੇ, ਆਪਣੇ 1 ਅਕਤੂਬਰ ਨੂੰ ਹੋ ਰਹੀ ਆ, ਠੀਕ ਆ। ਤੁਸੀਂ ਕਿਹਾ ਵੀ ਆਪਣੇ ਬੈਂਕ ਨਾਲ ਨੈਗੋਸ਼ੀਏਟ ਕਰੋ ਤੇ ਤੁਹਾਨੂੰ 3 ਸਾਲ ਦਾ
ਰੇਟ ਇਸ ਟਾਈਮ ਬੈਂਕ ਵਧੀਆ ਦੇ ਰਹੀ ਆ ਤੇ ਮੈਂ ਨੈਗੋਸ਼ੀਏਟ ਕੀਤਾ ਤੇ TD ਬੈਂਕ ਨਾਲ ਤੇ ਮੈਨੂੰ ਰੇਟ ਉਹਨਾਂ ਨੇ 4.30 3 ਸਾਲ ਦਾ ਦੇਖ ਲਓ ਤੁਸੀਂ ਮੇਰੇ ਕੋਲ ਆਏ ਸੀ, ਮੈਨੂੰ ਸਾਰੀ ਸਟੋਰੀ ਯਾਦ ਆ ਗਈ। ਤੁਸੀਂ ਮੈਨੂੰ ਕਹਿ ਰਹੇ ਸੀ ਕਿ ਉਹ ਤੁਹਾਨੂੰ 4.655 ਤੁਸੀਂ ਪਤਾ ਨਹੀਂ ਕੁਝ ਇਸ ਤਰ੍ਹਾਂ ਕਹਿ ਰਹੇ ਸੀਗੇ। ਮੈਂ ਕਿਹਾ ਗਲਤ ਹੈ, ਜਾ ਕੇ ਨੈਗੋਸ਼ੀਏਟ ਕਰੋ। ਅੱਜ ਸਾਰੇ ਬੈਂਕ ਨੈਗੋਸ਼ੀਏਟ ਕਰ ਰਹੇ ਨੇ, ਤੁਸੀਂ ਜਲਦੀ ਹਾਂ ਨਾ ਕਰੋ। ਮੈਨੂੰ ਯਾਦ ਆ ਗਈ ਸਾਰੀ ਗੱਲ। ਅੱਛਾ ਉਹ ਕਰਤਾ ਨਾ ਉਹਨੇ 4.3? ਹਾਂਜੀ ਵੈਰੀ ਗੁੱਡ ਵੈਰੀ ਗੁੱਡ। ਜੀ 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 ਗੱਲ ਕਰਦੇ ਰਿਹਾ ਕਰੋ ਖਹਿਰਾ ਸਾਹਿਬ। ਮੈਂ ਤੇ ਕਹਿੰਦਾ ਮੇਰਾ ਕੀ ਜਾਂਦਾ ਹੈਗਾ, 2 ਮਿੰਟ ਸਿਲਾਈ ਦੇ ਦਿਆਂਗਾ, ਉਹਦੇ ਨਾਲ ਫਾਇਦਾ ਹੋ ਜਾਂਦਾ। ਹਾਂਜੀ ਇੱਕ ਵੇਰੀਏਬਲ ਤੇ ਉਹ ਦੇ ਪਾਏਗਾ, ਵੇਰੀਏਬਲ ਤੇ ਪਰ ਵੇਰੀਏਬਲ ਤੇ ਉਹ ਨਹੀਂ ਦੇ ਰਹੇ ਨਾ। ਹਾਂ ਨਹੀਂ ਫਿਕਸਡ ਬਹੁਤ ਚੰਗਾ ਕੀਤਾ 4.3 ਤੁਸੀਂ 3 ਸਾਲ ਦਾ ਲੈ ਲਿਆ। ਤਦ ਤੱਕ ਮਾਰਕੀਟ ਜਿਹੜੀ ਹੈਗੀ ਇੰਟਰਸਟ ਦੀ ਥੱਲੇ ਆ ਚੁੱਕੀ ਹੋਏਗੀ ਜੀ। ਤੇ ਬਾਕੀ ਮੈਂ ਪੁੱਛਣਾ ਸੀ ਆਪਣਾ ਮਾਰਕੀਟ ਵਿੱਚ ਅੱਜ ਕੱਲ੍ਹ ਬੜੀ ਜਿਹੜੀ ਐਡਵਰਟਾਈਜ਼ਮੈਂਟ ਹੋ ਰਹੀ ਆ ਬੈਲਵੁੱਡ ਸਟੇਟ ਕੋਈ ਸਮਥਿੰਗ ਕੋਈ। ਹਾਂਜੀ 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 ਬੈਲਵੁੱਡ ਸਟੇਟ। ਹਾਂਜੀ ਬੈਲਵੁੱਡ ਸਟੇਟ ਦੇਖੋ ਗੱਲ ਤੇ ਨਾ ਇੱਕ ਕਹਾਵਤ ਹੈ ਨਾ, ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ। ਇਹ ਡਿਪੈਂਡ ਕਰੇਗਾ ਤੁਹਾਡੇ ਉੱਤੇ। ਮੈਂ ਪੀਵਟ ਜਿਹੜਾ ਹੈਗਾ ਇਹਨੂੰ ਮਾਰਕੀਟਿੰਗ ਕਰ ਰਿਹਾ ਹੈਗਾ ਤੇ ਤੁਸੀਂ ਮੈਨੂੰ ਗੱਲ ਕਰ ਲੈਣਾ ਬਾਅਦ ਵਿੱਚ। ਤੁਹਾਡਾ ਪੋਰਟਫੋਲੀਓ ਮੇਰੇ ਕੋਲ ਹੈਗਾ ਪੂਰਾ ਪਿਆ ਹੋਇਆ, ਮੈਨੂੰ ਦੇਖਣਾ ਪਏਗਾ ਖੋਲ ਕੇ ਤੇ ਤੁਸੀਂ ਮੈਨੂੰ ਬਾਅਦ ਵਿੱਚ ਕਾਲ ਕਰ ਲੈਣਾ, ਮੈਂ ਤੁਹਾਨੂੰ ਦੱਸ ਦਿਆਂਗਾ। ਪਰ ਇਹ ਨਾਟ ਏ ਬੈਡ ਪ੍ਰੋਜੈਕਟ ਐਟ ਆਲ, ਬਟ ਇਟ ਆਲ ਡਿਪੈਂਡਸ ਕਿ ਤੁਸੀਂ ਕਿੰਨੀ ਦੇਰ ਤੱਕ ਰੱਖਦੇ ਹੋ। ਤੁਹਾਡੀ ਇਨਵੈਸਟਮੈਂਟ ਪ੍ਰਾਪਰਟੀ ਹੈ ਕਿ ਤੁਸੀਂ ਖੁਦ ਮੂਵ ਕਰਨਾ ਹੈ, ਇਹ ਸਾਰਾ ਡਿਪੈਂਡ ਕਰਦਾ। ਪਰ ਅੰਦਰ ਇੱਕੋ ਹੀ ਛੋਟੀ ਜਿਹੀ ਇੱਕ ਜਿਹੜੀ ਮੈਨੂੰ ਕਮੀ ਨਜ਼ਰ ਆਉਂਦੀ ਹੈ, ਦੀ ਅਰਲੀ ਕਲੋਜ਼ਿੰਗ ਹੈਗੀ ਵਿਚ ਇਜ਼ ਨਾਟ ਵੈਰੀ ਗੁੱਡ ਫॉर द ਇਨਵੈਸਟਰਸ ਜੀ। ਠੀਕ ਹੈ, ਅਗਰ ਤੁਸੀਂ ਹੋਲਡ ਕਰ ਲੈਂਦੇ ਹੋ 5 ਸਾਲ then we can think of it ਜੀ। ਓਕੇ ਥੈਂਕ ਯੂ ਮਨਪ੍ਰੀਤ ਖਹਿਰਾ ਸਾਹਿਬ। ਕੋਈ ਵੀ ਤੁਹਾਨੂੰ ਕੋਈ ਹੋਰ ਵੀ ਸਵਾਲ ਹੈ ਤਾਂ ਤੁਸੀਂ ਜਾ ਕੇ ਉਹਨਾਂ ਦੇ ਨਾਲ ਪਰਸਨਲੀ ਪੁੱਛ ਸਕਦੇ ਹੋ। ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਗਲੀ ਕਾਲ ਹੋਰ ਵਧਦੇ ਹਾਂ ਜੀ, ਸੁਖਦੇਵ ਗਿੱਲ ਸਾਹਿਬ। ਹਾਂਜੀ ਸੁਖਦੇਵ ਗਿੱਲ ਸਾਹਿਬ। ਹਾਂਜੀ ਜੀ ਸਤਿ ਸ਼੍ਰੀ ਅਕਾਲ। ਮੇਰਾ ਜਨਰਲ ਕੁਐਸਚਨ ਹੈਗਾ ਜੀ, ਜਿਸ ਤਰ੍ਹਾਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ 413 ਆ ਉਹ ਬਣਨਾ ਸੀਗਾ। ਦੇਖੋ ਸਭ ਤੋਂ ਪਾਵਰਫੁਲ ਆਪਾਂ ਪੋਲੀਟੀਸ਼ੀਅਨ ਕਹੀਏ ਤਾਂ ਅੰਟਾਰੀਓ ਦੇ ਵਿੱਚ ਡੱਗ ਫੋਰਡ ਸਾਹਿਬ ਹੀ ਹੈਗੇ ਆ ਤੇ ਉਹਨਾਂ ਤੋਂ ਹਾਈਵੇ ਨਹੀਂ ਬਣ ਰਿਹਾ। ਜਿੱਦਾਂ ਤੁਸੀਂ ਉਹਨੂੰ ਮਰਜ਼ੀ ਕਹਿ ਲਓ, ਪੋਜ਼ਿਟਿਵ ਕਹਿ ਲਓ, ਨੈਗੇਟਿਵ ਕਹਿ ਲਓ, ਉਹਨਾਂ ਤੋਂ ਹਾਈਵੇ ਨਹੀਂ ਬਣ ਰਿਹਾ ਤੇ ਅਸੀਂ ਕੀ ਸੋਚ ਸਕਦੇ ਹਾਂ ਵੀ ਇਹ ਕਿੱਦਾਂ ਏਦਾਂ ਦੀ। ਦੇਖੋ ਅੱਜ ਦੀ ਜੋ ਉਹਨਾਂ ਦੀ ਸਟੇਟਮੈਂਟ ਸੀਗੀ ਵੀ 401 ਦੇ ਥੱਲੇ ਅਸੀਂ ਕੋਈ ਟਨਲ ਜਾਂ ਐਕਸਪ੍ਰੈਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੇ ਆਪ ਕਿਹਾ ਵੀ 98 ਆਵਰਸ ਦਾ 1 ਸਾਲ ਦੇ ਵਿੱਚ 401 ਤੇ ਡਿਲੇ ਚੱਲ ਰਿਹਾ ਤੇ ਉਹਦੇ ਤੇ ਕਿੰਨੀਆਂ ਡੈਥਸ ਹੋ ਰਹੀਆਂ। ਇੱਕ ਐਨਵਾਇਰਮੈਂਟ ਇੱਕ ਪਾਸੇ ਦਾ ਇਹ ਰੌਲਾ ਪਾ ਰਹੇ ਆ ਵੀ ਉਹਦੇ ਤੇ ਸਾਨੂੰ ਸਪਾਈਸੀਜ਼ ਆ ਜਿਹੜੇ ਵੀ ਹੈਗੀਆਂ, ਮੱਛੀਆਂ ਆ ਗਈਆਂ, ਡੱਡੂ ਆ ਗਏ, ਉਹ ਇੰਪੋਰਟੈਂਟ ਆ ਕਿ ਜਿੰਨੇ ਹਾਈਵੇ ਤੇ ਸਾਡੇ 401 ਤੇ ਬੰਦੇ ਮਰਦੇ ਆ, ਐਕਸੀਡੈਂਟ ਹੁੰਦਾ, ਐਨਵਾਇਰਮੈਂਟ ਨੂੰ ਪ੍ਰੋਬਲਮ ਆਉਂਦੀ ਆ। ਇਹ ਕੁਝ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਜਿਹੜੀ ਕੋਈ ਸਿੰਗਲ ਵਿੰਡੋ ਦੇ ਉੱਤੇ ਕੋਈ ਇਹਨਾਂ ਕੋਲ ਮੈਜੋਰਟੀ ਹੈਗੀ ਆ ਵੀ ਕੋਈ ਇਹਨਾਂ ਦੇ ਰੂਲ ਕੁਛ ਚੇਂਜ ਕਰਕੇ। ਜੇ ਦੇਖੋ ਡਿਵੈਲਪ ਕੰਟਰੀ ਆ, ਜੇ ਇਹਨਾਂ ਨੇ ਇੱਥੇ ਪਾਪੂਲੇਸ਼ਨ ਬੁਲਾਉਣੀ ਆ, ਕੰਟਰੀ ਦਾ ਡਿਵੈਲਪ ਕਰਨਾ ਹੀ ਪੈਣਾ ਵਾ ਤੇ ਉਹ ਜੇ ਏਦਾਂ ਕਿੱਦਾਂ ਚੱਲੇਗਾ ਵੀ ਸਾਡੇ ਕੋਲ 40-50 ਸਾਲ ਹੋ ਗਏ ਇੱਕ ਹਾਈਵੇ ਬਣਿਆ ਤੇ ਉਹ ਹੁਣ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਇੰਡੀਆ ਦੀ ਕੰਪੈਰੀਟਿਵ ਕੱਢੀਏ ਆਪਾਂ, ਜੰਮੂ ਕਟੜਾ ਐਕਸਪ੍ਰੈਸ ਦੇਖ ਲਓ, ਹੋਰ 50-50 ਹਜ਼ਾਰ 1 ਕਰੋੜ ਦੇ ਟੈਂਡਰ ਲੱਗ ਰਹੇ ਨੇ। ਮਤਲਬ ਇਹ ਕੋਈ ਇੱਥੇ ਐਨਵਾਇਰਮੈਂਟ ਵਾਲੇ ਆਪ ਉਹ $2.5 ਲੱਖ ਦੀਆਂ ਜਿਹੜੇ NGO ਹੈਗੀਆਂ ਸੈਲਰੀਜ਼ ਲੈਂਦੇ ਨੇ। ਇਹ ਮਤਲਬ ਤੁਸੀਂ ਜਰਨਲੀ ਕਹਿ ਸਕਦੇ ਹੋ ਵੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਵੀ 20 ਸਾਲ ਹੋ ਗਏ, ਮੈਨੂੰ ਵੀ 20 ਸਾਲ ਹੋ ਗਏ, ਇਹ ਕਿੱਦਾਂ ਚੱਲੇਗਾ ਕੰਟਰੀ? ਤੁਹਾਡਾ ਸਵਾਲ ਬਿਲਕੁਲ ਸਹੀ ਹੈ। ਦੇਖੋ ਪੀਕੇ ਜੀ ਨਾ ਬੜੀ ਤਾਰੀਫ ਕਰਦੇ ਹੁੰਦੇ ਆ ਔਰ ਮੈਂ ਵੀ ਬਹੁਤ ਤਾਰੀਫ। ਇੱਕ ਏਰੀਆ ਸਾਨੂੰ ਦੋਨਾਂ ਨੂੰ ਬੜਾ ਪਸੰਦ ਹੈ, ਉਹ ਹੈਗਾ ਸਕੁਆਇਰ 1 ਏਰੀਆ। ਉਹਦਾ ਕਾਰਨ ਇਹ ਹੈ ਕਿ ਦੇਖੋ ਕਿੰਨਾ ਸੋਹਣਾ ਉਹਨਾਂ ਨੇ ਖੂਬਸੂਰਤੀ ਨਾਲ ਬਣਾਇਆ, ਕਨੈਕਟੀਵਿਟੀ ਬੜੀ ਵਧੀਆ ਹੈ। ਠੀਕ ਹੈ ਜੀ। ਹੁਣ ਨਵੀਂ ਉੱਥੇ ਦੇਖੋ LRT ਦੀ ਕਨੈਕਟੀਵਿਟੀ ਕਿਆ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ, ਬਹੁਤ ਪਿਆਰੀ, ਬਹੁਤ ਜ਼ਿਆਦਾ ਪਿਆਰੀ। ਆਪਣਾ ਉੱਥੋਂ ਬਿਲਡਿੰਗ ਤੋਂ ਨਿਕਲੋ ਸਿੱਧਾ LRT ਪਹੁੰਚ ਜਾਓ ਬਣਾਉਂਦੇ ਹੋਏ ਜੀ ਜੀ। ਉੱਥੇ ਬੜਾ ਵੱਡਾ ਫੈਸ਼ਨ ਡਿਸਟ੍ਰਿਕਟ ਬਣ ਰਿਹਾ ਜੀ ਉੱਥੇ। ਉਹਦਾ ਨਾਂ ਹੀ ਰੱਖਤਾ ਉਹਨਾਂ ਨੇ ਐਕਸਚੇਂਜ ਸਟਰੀਟ ਜੀ ਜੀ ਐਕਸਚੇਂਜ ਸਟਰੀਟ। ਸੋ ਜੇ ਤੁਸੀਂ ਘਰ ਬਣਾਉਣੇ ਆ, ਜੇ ਤੁਸੀਂ ਬਿਲਡਿੰਗਾਂ ਬਣਾਉਣੀਆਂ ਆ ਤਾਂ ਨਾਲ ਤੁਹਾਨੂੰ ਹਾਈਵੇ, ਟ੍ਰਾਂਜ਼ਿਟ ਸਿਸਟਮ, LRT, ਕਿਉਂਕਿ ਲੋਕਾਂ ਨੂੰ ਕਨੈਕਟੀਵਿਟੀ ਦਓਗੇ ਉਹ ਤਾਂ ਹੀ ਚੱਲੋਗੇ ਨਾ। ਹੁਣ ਬੰਦੇ ਸਾਡੇ ਆਏ ਸੀਗੇ, ਉਹ ਕਹਿੰਦੇ ਜੀ ਯਦੁਵੀਰ ਇੱਥੇ ਤੁਹਾਡੇ ਘਰ ਤਾਂ ਬਣ ਰਹੇ ਆ, ਸਾਰਾ ਠੀਕ ਆ, ਬਿਲਡਿੰਗਾਂ ਬਣ ਰਹੀਆਂ, ਸਾਡੇ ਵਾਕਫ ਆਏ ਸੀ ਇੰਡੀਆ ਤੋਂ, ਆਪਣੇ ਜਲੰਧਰ ਤੋਂ ਹੀ। ਤੇ ਉਹ ਕਹਿੰਦੇ ਪਰ ਯਦੁਵੀਰ ਜੇ ਤੁਹਾਡਾ ਯਾਰ ਟ੍ਰਾਂਜ਼ਿਟ ਸਿਸਟਮ ਠੀਕ ਕਰਾਓ ਫੇਰ ਹੀ ਘਰਾਂ ਦਾ ਫਾਇਦਾ ਆ, ਫੇਰ ਹੀ ਸਾਰਾ ਇਨਫਰਾਸਟਰਕਚਰ ਦਾ ਫਾਇਦਾ ਆ। ਕਿਉਂਕਿ ਲੰਡਨ ਕਹਿੰਦੇ ਸਾਨੂੰ ਗੱਡੀ ਦੀ ਲੋੜ ਨਹੀਂ ਪੈਂਦੀ, ਲੰਡਨ ਅਸੀਂ ਆਪਣਾ ਆਰਾਮ ਨਾਲ ਅੰਦਰ ਜਿੱਧਰ ਮਰਜ਼ੀ ਫਿਰੋ ਤੁਰੋ, ਕੋਈ ਦਿੱਕਤ ਨਹੀਂ ਹੈ। ਸੋ ਬਿਲਕੁਲ ਤੁਹਾਡੀ ਗੱਲ ਸਹੀ ਆ। ਮੈਨੂੰ ਪੀਕੇ ਜੀ ਤੁਹਾਨੂੰ ਯਾਦ ਆ, ਤੁਸੀਂ ਮੈਂ ਤੇ ਪੰਕਜ ਜੀ ਆਪਾਂ ਗੱਲ ਕਰਦੇ ਹੁੰਦੇ ਸੀ ਤੇ ਮੈਂ ਇੱਕ ਆਈਡੀਆ ਫਲੋਟ ਕੀਤਾ ਸੀ ਤੁਹਾਨੂੰ ਔਰ ਪੰਕਜ ਜੀ ਨੂੰ ਬੜਾ ਪਸੰਦ ਆਇਆ ਸੀ। ਮੈਂ ਤੁਹਾਨੂੰ ਇੱਕ ਆਈਡੀਆ ਫਲੋਟ ਕੀਤਾ ਸੀ ਬਹੁਤ ਸਾਲ ਪਹਿਲਾਂ, ਹਜੇ ਉਹਦੀ ਗੱਲ ਤਾਂ ਨਹੀਂ ਹੋ ਰਹੀ ਪਰ ਉਹਦੇ ਨਾਲ ਸਿਮਿਲਰ ਗੱਲ ਅੱਜ ਡਗਫੋਰਡ ਸਾਹਿਬ ਨੇ ਕਰਤੀ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਬਹੁਤ ਸਾਲ ਪਹਿਲਾਂ ਕਿ ਪੀਕੇ ਜੀ ਜੇ ਇੱਕ ਨਵਾਂ ਹਾਈਵੇ ਅਸੀਂ ਲੇਕ ਦੇ ਉੱਪਰ ਬਣਾ ਦਈਏ ਤੇ ਉਹਦਾ ਕੋਈ ਟੋਲ ਹੋਵੇ ਤੇ ਤੁਸੀਂ ਇੱਥੋਂ
ਆਪਣਾ ਮਿਸੀਸਾਗਾ ਤੋਂ ਓਕਵਿਲ ਤੋਂ ਜਿੱਥੋਂ ਜਾਵੇ ਤੁਸੀਂ ਆਰਾਮ ਦੇ ਨਾਲ ਚਾਹੇ ਲੇਕ ਸ਼ੋਰ ਤੇ ਉਤਰ ਜਾਓ, ਚਾਹੇ ਡਾਊਨਟਾਊਨ ਚੱਲ ਜਾਓ, ਚਾਹੇ ਸਿੱਧਾ DVP ਤੇ ਪੈ ਜਾਓ, ਤੇ ਤੁਸੀਂ ਉਹ ਵਧੀਆ ਜੇ ਅਸੀਂ ਐਕਸਪ੍ਰੈਸ ਬਣਾਵੇ ਤੇ ਤੁਸੀਂ $5-10 ਟੋਲ ਤੁਸੀਂ ਕਹੇ ਜੀ ਹਾਂਜੀ ਹਾਂਜੀ ਬੜਾ ਵਧੀਆ ਬਣਾ ਦਿਓ। ਪਰ ਅੱਜ ਸਿਮਿਲਰ ਜਿਹਾ ਆਈਡੀਆ ਹੈ। ਔਰ ਇੱਕ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਹਾਈਵੇ 401 ਦੇ ਉੱਪਰ ਬਣਾ ਦਿਓ, ਅਸੀਂ ਉੱਪਰ ਦੀ ਗੱਲ ਕਰਦੇ ਸੀ ਵੀ ਹਾਈਵੇ 401 ਦੇ ਉੱਪਰ ਇੱਕ ਹੋਰ ਬਣਾ ਦਿਓ ਹਾਈਵੇ। ਅੱਛਾ, ਅੱਜ ਡਗਫੋਰਡ ਸਾਹਿਬ ਨੇ ਕਹਿਤਾ ਵੀ ਅਸੀਂ ਹਾਈਵੇ 401 ਦੇ ਥੱਲੇ ਬਣਾ ਦਿੰਦੇ ਹਾਂ, ਟਨਲ ਬਣਾ ਦਿੰਦੇ। ਅੱਜ ਉਹਨਾਂ ਨੇ ਇਹ ਕਹਿ ਦਿੱਤਾ, ਅੱਜ ਐਲਾਨ ਕੀਤਾ ਵੀ ਟਨਲ ਬਣਾਉਣੀ 55 ਕਿਲੋਮੀਟਰ ਦੀ। ਸੋ ਪੀਕੇ ਜੀ ਘਰ ਤਾਂ ਬਣਾ ਲਓ ਜੋ ਮਰਜ਼ੀ, ਪਰ ਘਰ ਦੇ ਨਾਲ ਨਾਲ ਜੇ ਸੜਕ ਜੇ ਤੁਸੀਂ ਹਾਈਵੇ ਨਹੀਂ ਹੋਊਗੀ, ਕਨੈਕਟੀਵਿਟੀ ਨਹੀਂ, LRT ਨਹੀਂ ਹੋਊਗੀ, ਫਿਰ ਗੱਲ ਨਹੀਂ ਬਣੇਗੀ। ਪੀਕੇ ਜੀ ਯੋਰ ਕਮੈਂਟ। ਬਿਲਕੁਲ ਠੀਕ ਗੱਲ ਜੀ। ਇਸੇ ਕਰਕੇ ਮੈਂ ਮੂਵ ਕਰ ਰਿਹਾ ਸਕੇਅਰ ਵਨ ਕਿ ਮੈਨੂੰ ਉੱਥੇ ਜਿੰਨੀ ਘੱਟ ਚਲਾਣੀ ਪਏ, ਜਿੰਨੀ ਘੱਟ ਕਮਿਊਟ ਕਰਨੀ ਪਏ, ਉਹਨਾਂ ਜ਼ਿਆਦਾ ਚੰਗਾ ਹੈਗਾ। ਟ੍ਰੈਫਿਕ ਤੋਂ ਬਚੇ। ਸਾਡੀ ਜ਼ਿੰਦਗੀ ਜਿਹੜੀ ਹੈਗੀ, ਮੈਨੂੰ ਲੱਗਦਾ ਹੈ ਜਿਹੜੇ ਜੌਬ ਵਾਲੇ ਬੰਦੇ ਨੇ, ਜਿਹੜੇ ਰੋਜ਼ ਘਰੋਂ ਬਾਹਰ ਨਿਕਲਦੇ ਨੇ, ਮੈਨੂੰ ਲੱਗਦਾ ਹੈ ਉਹਨਾਂ ਦੀ 1/4 ਜ਼ਿੰਦਗੀ ਤੇ ਸੜਕ ਦੇ ਉੱਤੇ ਹੀ ਬੀਤ ਜਾਂਦੀ ਹੈ। ਸਰ 90 ਮਿੰਟ ਹੋਰ ਵੱਧ ਜਾਣੀ ਹੈ ਜਿੰਨੀ ਹੁਣ ਹੈਗੀ। ਉਹ ਕਹਿੰਦੇ ਜੇ ਨਹੀਂ ਅਸੀਂ ਕੁਛ ਕੀਤਾ। ਇੱਕ ਮਿੰਟ, ਤੁਸੀਂ ਉਹ ਕੁਐਸਚਨ ਜਿਹੜਾ ਮੈਂ ਚਲੋ ਮੇਰੇ ਲਈ ਉਹ ਇੰਪੋਰਟੈਂਟ ਲੱਗ ਰਿਹਾ, ਇਹ ਆਪਾਂ ਕੰਪੈਰੀਟਿਵ ਕਰੀਏ এনवायरमेंट ਨੂੰ 413 ਤੇ ਕਿੰਨਾ ਕੁ ਲਾਸ ਹੋ ਰਿਹਾ ਤੇ ਜਿਹੜੀ ਉਹਦੇ ਕੰਪੈਰੀਟਿਵਲੀ 401 ਤੇ ਕਿੰਨਾ ਮਿਸ਼ਨ ਜਾ ਰਿਹਾ ਜਾਂ ਕਿੰਨੀਆਂ ਲਾਈਫ ਦਾ ਲਾਸ ਹੋ ਰਿਹਾ ਐਕਸੀਡੈਂਟ ਰਸ਼ ਕਰਕੇ। ਤੇ ਮਤਲਬ ਇਹ ਕੋਈ ਇੱਥੇ ਸਿੰਗਲ ਵਿੰਡੋ, ਕੋਈ ਜੇ ਹੁਣ ਕੰਸਟਰਕਸ਼ਨ ਕਰਨੀ ਆ, ਦੇਖੋ ਸਾਰਾ ਲੋਡ ਪਿਆ ਹੋਇਆ GTA ਦੇ ਉੱਤੇ, ਕੋਈ ਵੁੱਡ ਸਟਾਕ ਆ, ਕੋਈ ਉਹਨਾਂ ਨੂੰ ਕੋਈ ਇਨਫਰਾਸਟ੍ਰਕਚਰ ਅੰਟਾਰੀਓ ਦਾ ਆਪਣੇ ਲੈਵਲ ਦਾ ਕੋਈ ਇਨਫਰਾਸਟ੍ਰਕਚਰ ਪਲਾਨ ਚਾਹੀਦਾ। ਇਹ ਨਾ ਹੋਵੇ ਵੀ ਸਿਟੀ ਡਿਪੈਂਡੈਂਟ ਹੋਵੇ। ਜਿਹੜੀ ਹੁਣ ਪਾਪੂਲੇਸ਼ਨ ਇਸ ਤੋਂ ਗਰੋ ਕਰਨੀ ਹੈ, ਇਹ ਜਿਹੜਾ ਆਪਣੇ ਮਿਊਨਿਸਪਲ ਮਿਨਿਸਟਰ ਆ ਉਹਦੇ ਕੋਲ ਪਾਵਰ ਚਾਹੀਦੀਆਂ ਵੀ ਇੱਥੋਂ ਸਿਟੀ ਤੋਂ ਅਸੀਂ ਪਾਵਰ ਕੱਢਣੀਆਂ। ਮਿਊਨਿਸਪੈਲਿਟੀ ਨੂੰ ਤਾਂ ਪਤਾ ਨਹੀਂ, ਹੁਣ ਵੁੱਡ ਸਟਾਕ ਨੂੰ ਮਿਊਨਿਸਪੈਲਿਟੀ ਨੂੰ ਕੀ ਪਤਾ ਵੀ ਟੋਰਾਂਟੋ ਤੋਂ ਕਿੰਨੇ ਬੰਦਿਆਂ ਨੇ ਮੂਵ ਕਰਨਾ, ਕਿਹੜੀ ਪ੍ਰੈਸ਼ਰ ਪੈ ਰਿਹਾ। ਜੇ ਕੋਈ ਮਿਊਨਿਸਪੈਲਿਟੀ ਮਿਨਿਸਟਰ ਹੋਊਗਾ ਉਹਨੂੰ ਪਤਾ ਨਾ ਵੀ ਸਾਰੇ ਅੰਟਾਰੀਓ ਨੂੰ ਕਿੱਧਰ ਨੂੰ ਫੈਲਾਅ ਚੱਲ ਰਿਹਾ, ਕਿੱਧਰ ਨੂੰ ਪਾਪੂਲੇਸ਼ਨ ਗਰੋ ਚੱਲ ਰਿਹਾ। ਹੁਣ ਮਿਊਨਿਸਪੈਲਿਟੀ ਤਾਂ ਆਪਣੇ ਸਟੇਟਸ ਨਾਲ ਕੱਢੇਗੀ, ਜਿਹੜੀ ਕੋਈ GTA ਤੋਂ ਬਾਹਰ ਮਿਊਨਿਸਪੈਲਿਟੀ ਆ ਉਹਦਾ ਆਪਣੇ ਸਟੇਟਸ ਉਸ ਹਿਸਾਬ ਨਾਲ ਗਰੋ ਕਰੇਗੀ ਸਿਟੀ ਨੂੰ। ਠੀਕ ਹੈ, ਦੇਖੋ ਮੈਂ ਦੋਨੋਂ ਚੀਜ਼ਾਂ ਦੇ ਕੁਇਕਲੀ ਤੁਹਾਨੂੰ ਸੁਖਦੇਵ ਜੀ ਜਵਾਬ ਦਿੰਦਾ। ਤੁਸੀਂ ਆਫ ਦੇਅਰ ਸੁਣ ਲਓ, ਫਿਰ ਅਸੀਂ ਅਗਲੀ ਕਾਲ ਵੱਲ ਵੱਧ ਕੇ ਫਿਰ ਰੈਪ ਅਪ ਕਰਨ ਦੇ ਵੀ ਹੁਕਮ ਨੇ। ਤੁਸੀਂ ਆਫ ਦੇਅਰ ਸੁਣ ਲਓ। ਹਾਂਜੀ, ਮੈਂ ਤੁਹਾਨੂੰ ਕੁਇਕਲੀ ਬਸ ਇੰਨਾ ਜਵਾਬ ਦੇ ਦਿੰਦਾ ਹੈ ਕਿ ਹਾਈਵੇ 413 ਦੀ ਪਾਵਰ ਇੰਨਾ ਕੁ ਹੈ। ਇਹ ਹਾਂਜੀ, ਅਗਲੀ ਕਾਲ ਆਈ ਥਿੰਕ ਅਵਾਨ ਸਾਹਿਬ की। अवान साहब आप फोन प्लीज म्यूट कर लें जी। अवान साहब आप फोन प्लीज म्यूट करें। अवान साहब आप फोन म्यूट करें और उस तो बाद फिर करमवीर शेरगिल साहब, फिर आखिरी कॉल। दैट्स इट, फिर रैप अप करेंगे। हाँ अवान साहब आप फोन म्यूट कर लें। हाँ जी, थैंक यू। उस तो बाद फिर करमवीर शेरगिल। मैं क्विकली दसवां कि बाकी पीके जी और बाकी कॉलर्स ने समय बड़ी तेजी ਨਾਲ निकल रहा सर। ਇਹਨਾਂ ਨੇ ਉਹ এনवायरमेंटल ਚੈਲੰਜ ਜਿਹੜਾ ਕੀਤਾ ਸੀ, ਇਹਨਾਂ ਨੇ ਅੱਗੇ ਅਦਾਲਤ 'ਚ ਗੱਲ ਕਹੀ। ਅਦਾਲਤ ਦੇ ਵਿੱਚ ਵੀ ਫਿਰ ਇਹਨਾਂ ਦੇ ਹੱਕ 'ਚ ਆ ਗਿਆ। ਮੈਂ ਤੇ ਫੈਡਰਲ ਸਰਕਾਰ ਨੂੰ ਵੀ ਕਿਹਾ ਸੀ ਕਿ ਮਾਮਲਾ ਤਾਂ ਉਹਨਾਂ ਦੇ ਹੱਕ 'ਚ ਆ ਗਿਆ, ਤੁਸੀਂ ਇਦਾਂ ਕਿਉਂ ਕਰ ਰਹੇ ਹੋ। ਨੰਬਰ 1 ਠੀਕ ਹੈ, ਇਹਨਾਂ ਕੋਲ ਪੂਰੀ ਪਾਵਰ ਹੈ ਹਾਈਵੇ 413। ਦਾ ਓਨਲੀ ਇਸ਼ੂ ਇਜ਼ ਕਿ ਇਹ ਹੁਣ ਟਾਈਮਲਾਈਨ ਦੱਸਣ ਨਾ, ਇਹ ਤਾਂ ਹੁਣ ਓਨਟਾਰੀਓ ਸਰਕਾਰ ਨੇ ਦੱਸਣਾ ਹੈ ਕਿ ਟਾਈਮਲਾਈਨ ਕੀ ਹੈ। ਔਰ $11 ਬਿਲੀਅਨ ਦਾ ਨੁਕਸਾਨ ਹੋ ਰਿਹਾ ਹੈ ਐਨੂਅਲ ਬੇਸਿਸ ਤੇ। $11 ਬਿਲੀਅਨ ਪ੍ਰੋਡਕਟਿਵਿਟੀ ਲਾਸ ਹੈ। ਇਹ ਹਾਈਵੇ ਸਰ ਬਣਾਉਣੇ ਹੀ ਪੈਣਗੇ। 413 ਬਣਾ ਲਓ, ਅੰਡਰ ਦਾ ਟਨਲ ਬਣਾ ਲਓ, ਜਾਂ ਮੈਂ ਪੀਕੇ ਜੀ ਪੰਕਜ ਜੀ ਜਿੱਦਾਂ ਗੱਲ ਕਰਦੇ ਹੁੰਦੇ ਕਿ ਅਸੀਂ ਵੈਸੇ ਸੁਝਾਅ ਦਿੱਤਾ ਸੀ ਕਿ ਹਾਈਵੇ 413 ਦੇ ਉੱਪਰ ਬਣਾਓ ਫਲਾਈਓਵਰ ਜਾਂ ਇੱਕ ਲੇਕ ਤੇ ਬਣਾਓ। ਪਰ ਇਹਨਾਂ ਨੇ ਅੱਜ ਨਵਾਂ ਹੀ ਥਿਊਰੀ ਕੱਢ ਲਈ ਹੈ ਕਿ ਨਹੀਂ ਥੱਲੋਂ ਟਨਲ ਕੱਢ ਦਿੰਦੇ ਆ। ਕੱਢੋ ਟਨਲ, ਵਧੀਆ। ਘਰ ਬਣਾਉਣੇ ਆ ਤਾਂ ਸਰ ਤੁਹਾਨੂੰ ਕਨੈਕਟੀਵਿਟੀ ਤਾਂ ਦੇਣੀ ਪਏਗੀ। ਜੇ ਤੁਸੀਂ ਇੰਡਸਟਰੀ ਲਿਆਉਣੀ ਹੈ, ਜੌਬਸ ਕ੍ਰੀਏਟ ਕਰਨੀ ਹੈ, ਇਹ ਤਾਂ ਤੁਹਾਨੂੰ ਦੇਣੀ ਪਏਗੀ ਕਨੈਕਟੀਵਿਟੀ ਜੀ। ਅਗਲੀ ਕਾਲ ਜੀ। ਹਾਂਜੀ ਕਰਮਵੀਰ ਸ਼ੇਰਗਿਲ ਸਾਹਿਬ ਗੋ ਹੈਡ। ਹਾਂਜੀ ਸਤਿ ਸ਼੍ਰੀ ਅਕਾਲ ਜੋਤੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੈਂ ਜਿਹੜੀ ਗੱਲ ਉਹਦਾ ਭਾਈ ਸਾਹਿਬ ਨੇ ਬਹੁਤ ਵਧੀਆ ਕੀਤੀ ਆ ਵੀ ਆ ਜਿਹੜੀ ਚੀਜ਼ਾਂ ਦਾ ਹੱਲ ਨਹੀਂ ਹੋ ਰਿਹਾ ਨਾ, ਇਹ ਸਾਡੇ ਲਈ ਬੜਾ, ਅਸੀਂ 15-20 ਸਾਲਾਂ ਤੋਂ ਦੇਖ ਰਹੇ ਹਾਂ। ਅਸੀਂ ਜਿੱਦਾਂ ਆਪਣੇ ਆਪ ਨੂੰ ਇੱਕ ਥਾਂ ਤੇ ਸਟੱਕ ਜਿਹਾ ਮੰਨ ਰਹੇ ਹਾਂ ਵੀ ਹੁਣ ਤਾਂ ਇੰਡੀਆ ਦੀ ਵੀ ਜਿੱਦਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਇੰਨਾ ਜ਼ਿਆਦਾ ਇਨਫਰਾਸਟ੍ਰਕਚਰ ਤੇ ਉਹ ਪੈਸਾ ਲਾ ਰਹੇ, ਤਾਂ ਉੱਥੇ ਇਹ ਚਾਹੀਦਾ ਤੇ ਬੜਾ ਕੁਛ ਨਵਾਂ ਦੇਖਣ ਨੂੰ ਮਿਲਦਾ। ਤੇ ਆਹ ਡਿਵੈਲਪ ਕੰਟਰੀਆਂ ਮੈਂ ਦੇਖ ਰਿਹਾ ਆ ਵੀ ਇਹ ਚਾਹੇ US ਵਿੱਚ ਵੀ ਅਸੀਂ ਜਾਂਦੇ ਹਾਂ, ਅਜੇ US ਤਾਂ ਚਲੋ ਥੋੜ੍ਹਾ ਬਹੁਤਾ ਕਰੀ ਜਾ ਰਿਹਾ, ਪਰ ਕੈਨੇਡਾ ਤਾਂ ਬਿਲਕੁਲ ਸਟੱਕ ਹੋਇਆ ਪਿਆ ਹੈ ਜੀ। ਵੀ ਜੇ ਪਿਛਲੇ 20 ਸਾਲਾਂ ਤੋਂ ਦੇਖੀਏ ਵੀ ਕੁਛ ਨਵੀਂ ਚੀਜ਼ ਜਿਹੜੀਆਂ ਚਾਹੀਦੀਆਂ ਸਾਨੂੰ ਕੁਛ ਬਣ ਨਹੀਂ ਰਿਹਾ ਹੈ ਨਾ। ਤੇ ਘਰਾਂ ਦੇ ਨਾਲ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਆ ਜਿੱਦਾਂ ਤੁਸੀਂ ਦੱਸਿਆ ਹੀ ਆ। ਤੇ ਆਹ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਟਨਲ ਦੀ, ਉਹਨਾਂ ਨੇ ਗੱਲ ਕੀਤੀ ਹੈ ਟਨਲ ਤਾਂ ਜਦੋਂ ਜੀ ਮੈਨੂੰ ਨਹੀਂ ਲੱਗਦਾ ਵੀ ਕਾਮਯਾਬ ਹੋਊਗੀ, ਕਿਉਂਕਿ ਪਾਣੀ ਤਾਂ ਹੁਣ 401 ਦੇ ਉੱਪਰ ਵੀ ਫਲੱਡਿੰਗ ਹੋਈ ਰਹਿੰਦੀ ਆ ਹੈ ਨਾ। ਇਹ ਤਾਂ ਉੱਪਰ ਦੀ ਬ੍ਰਿਜ ਬਣਾ ਕੇ ਜਿੱਦਾਂ US 'ਚ ਕਈਆਂ ਥਾਂ ਤੇ ਬਣੇ ਆ ਵੀ ਉੱਪਰ ਦੀ ਜਿਹੜੀ ਸਿੱਧੀ ਲੰਘਣ ਵਾਲੀ ਟ੍ਰੈਫਿਕ ਹੈ, ਜਿੱਦਾਂ ਟਰੱਕ ਦੀ ਟ੍ਰੈਫਿਕ ਹੀ ਹੈ, ਜਾਂ ਮੌਂਟਰੀਅਲ ਨੂੰ ਜਾਣਾ 'ਚ ਕੁਛ ਆ, ਉਹ 2-2 ਲਾਈਨਾਂ ਦੇ ਉੱਪਰ ਦੀ ਲੰਘ ਜਾਣ ਤੇ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਫਰਕ ਪੈ ਸਕਦਾ ਹੈ ਨਾ। ਉਹ ਚੀਜ਼ ਹੋ ਸਕਦੀ ਆ। ਬਾਕੀ ਆ ਜਿਹੜਾ এনवायरमेंट ਦਾ ਇਸ਼ੂ ਹੈ ਜੀ, ਤੇ ਹੁਣ ਤੁਸੀਂ ਇੰਨੀ ਪਬਲਿਕ ਮੰਗਾਉਣੀ ਆ ਤਾਂ ਫਿਰ ਇਹ ਚੀਜ਼ਾਂ ਤੋਂ ਤਾਂ ਤੁਹਾਨੂੰ ਤੁਰਨਾ ਹੀ ਪੈਣਾ ਅੱਗੇ ਹੈ ਨਾ।
ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ। ਤੇ ਬਾਕੀ ਸੁਣਦਾ ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ, ਜਿੱਦਾਂ ਪੀਕੇ ਸਾਹਿਬ ਦੀ ਤਾਂ ਇੱਦਾਂ ਵੀ ਸੁਣੀ ਜਾਈਏ ਵੀ ਆਹ ਕਾਲ ਤਾਂ ਮੈਂ ਤਾਂ ਕੀਤੀ, ਮੈਂ ਕਿਹਾ ਵੀ ਭਾਈ ਸਾਹਿਬ ਨੇ ਗੱਲ ਵਧੀਆ ਕੀਤੀ ਆ, ਵੀ ਚਾਹੀਦਾ ਇਸ ਚੀਜ਼ ਤੇ ਵੀ ਥੋੜਾ ਜਿਹਾ ਨਾ ਸਰਕਾਰਾਂ ਨੂੰ ਥੋੜਾ ਜਿਹਾ ਕੰਮ ਕਰਨ ਦੀ ਲੋੜ ਹੈ। थैंक यू सर, थैंक यू सर, थैंक यू करमवीर शेरगिल साहब, थैंक यू सर, थैंक यू, गुड पॉइंट्स, बहुत मेहरबानी। लास्ट कॉल फॉर द शो जी, अवान साहब, मैं नाम ठीक ले रहा हूँ जी, अवान साहब आप ऑन दी रहे, गो अहेड जी। थैंक यू वेरी मच टेकिंग माय कॉल, थैंक यू सर। पीके साहब, मुझे सिर्फ एक आपसे इंफॉर्मेशन ये लेनी है कि इस वक्त हाउसेस सेल जिसमें डिटैच, सेमी एंड टाउन हाउसेस, सो अगर इनको तीनों को देखें तो कैसे, हाउ डू यू फील कि अब ये सेल कैसे जा रही है इन टर्म्स ऑफ रैंकिंग कह लीजिए या द टाइप ऑफ हाउसेस? सबसे ज्यादा जो इस वक्त, हालांकि सेल सबकी कम है, लेकिन इनमें सबसे ज्यादा जो सेल हो रही है सबसे छोटे घरों की हो रही है। और अगर टाउन होम्स, उसके बाद नंबर आ रहा है सेमी अटैच का, और अटैच की सेल तो लगभग बंद ही हो चुकी है। इसका कारण ये है कि अफोर्डेबिलिटी खत्म हो चुकी है। अगर एक आदमी की रेंज 8 साढ़े 8 लाख से ऊपर की नहीं है तो वो फ्री होल्ड टाउन होम या अच्छा फ्री होल्ड टाउन होम या सेमी अटैच ले पा रहा है, इसलिए इनकी सेल इन तीनों में सबसे ज्यादा चल रही है। मेरा क्वेश्चन पूछने का रीजन ये था कि मैंने अपना घर लिस्ट किया है, वो इट्स अ टाउन हाउस, एंड सो उस पॉइंट ऑफ व्यू से मैं पूछ रहा था। हाँ, तो आपने जो लिस्ट किया है उसको कितने दिन हो चुके हैं? अभी कल ही किया था मैंने लिस्ट। हाँ, तो ठीक है, द प्राइस इज राइट। अगर प्राइस राइट है और मार्केटिंग ठीक हो रही है, एक हफ्ते में बिकेगा, अगले हफ्ते आके कह देना आपको ऑफर आ गई है। अगर प्राइस राइट है और मार्केटिंग प्रॉपर है, तो कई बार क्या होता है, प्राइस राइट है पर मार्केटिंग ही नहीं हो रही, लोगों को पता ही नहीं हो रहा, एक MLS में डाल के बैठ गए, कुछ नहीं हो रहा उसमें। एक होता है कि प्राइस राइट के साथ मार्केटिंग भी प्रॉपर हो रही है, लोगों के दिमाग तक, आंखों तक, कानों तक पहुंच रहा है घर, बस फिर कोई कारण ही नहीं कि ना बिके, कोई कारण ही नहीं ना बिके। देखिए, कोशिश तो पूरी की है, उसको पूरा स्टेज किया सब कुछ, सो होपफुली विल हैव अ ओपन हाउस। देखो, वही स्टेज की बात होगी ना, स्टेज इज ए पार्ट ऑफ द प्राइसिंग, लेकिन मार्केटिंग देखो स्टेज कर दिया, पर स्टेज देखने के लिए भी तो लोग आने चाहिए ना। तो देखने के लिए क्या किया जा रहा है, मार्केटिंग कैसे की जा रही है, कैसे इनवाइट किया जा रहा है लोगों को। देखो, एक बात और होती है सर, आपका नाम मैं भूल गया, सॉरी, क्या नाम बताया आपने? आतिफ जी, मैं आपको एक बात बताऊं छोटी सी, 1 मिनट दूंगा सिर्फ, मुझे पता टाइम शॉर्ट है। आपने अंदर से पूरा स्टेज कर दिया, पहली बात मांगी जाता है, क्या बाहर से स्टेज है? क्योंकि अक्सर कार वहां रुकती है जहां पर उसको बाहर से आंखों को ठंड पड़ती है। वाह, कितना अच्छा घर है। अंदर से सुंदर कर लिया और बाहर से घास ही नहीं कटा, अंदर से सुंदर कर लिया और बाहर नाइट बल्ब 2 दरवाजे के दोनों तरफ है, एक फ्यूज है, एक ऑन है, अंदर से कर लिया और बाहर जो है गन बचा हुआ है, तो इनवाइटिंग फैक्टर खत्म हो गया ना। पहले हमारा फर्ज बनता है मार्केटिंग, फिर हमारा फर्ज बनता है जो आदमी बिना मार्केटिंग के वहां से निकल रहा है, 1 मिनट के लिए कार को धीरे कर ले और देखिए यार घर कितना सुंदर है, उसके बाद ही तो अंदर आएगा। अंदर लाने के लिए क्या कर रहे हो, ये बहुत जरूरी है जी। बिल्कुल, थैंक यू फॉर द टिप्स, थैंक यू वेरी मच। थैंक यू। Sir, last question I have. Unemployment is on the rise. People's income does not increase, and prices of the houses are not going down. How long we have to wait to bring the houses affordable? I believe government has to become builder. Then only some solution is possible. Please advise. जी, प्राइस डाउन की बात भूल जाओ। इस खुशफहमी में, ये मैं गलतफहमी नहीं कहता, इस बात को खुशफहमी कहता हूँ मैं। खुशफहमी और गलतफहमी में ये मतलब है, गलतफहमी में एक बात समझ नहीं आ रही और खुशफहमी में समझ आते हुए भी मैं समझना नहीं चाहता। प्राइस अगर रुक जाएंगे वो बहुत बड़ी अचीवमेंट है। प्राइस गिरने बहुत 1-1.5% की कोई कसम नहीं खाता, ये जो इसका बफर बना हुआ है उसको खत्म होने के लिए 1-1.5%, 2% मैक्सिमम, पर वो प्राइस गिरा हुआ नहीं माना था। अफोर्डेबिलिटी, जैसे मैं कहता हूँ 2% प्राइस गिर गया, लेकिन वहां पर 7% आपकी, 8% आपकी अफोर्डेबिलिटी बढ़ गई, तो वो ज्यादा जरूरी है ना आपके लिए। 30 साल उन्होंने कर दिया, ऊपर से सैलरीज, एम्प्लॉयमेंट ज्यादा जरूरी है। घरों के, मेरे को सर 50 साल से ऊपर हो गया, 51 ईयर के करीब हो गए रियल एस्टेट करते हुए। मैंने जब भी मार्केट नीचे आई, नीचे मतलब जैसे बाइंग खत्म हो गई, सेलर मार्केट में आ गए, 1-1.5-2% प्राइस गिर गया, और एक बार बहुत जबरदस्त भी गिरा था 90s के अंदर, 80s के एंड में गिरा था, और अभी भी उसको उससे कंपेयर कर रहे हैं, पर प्राइस जो 2 सालों में 7-8% गिरे, और बस हमारा पोर्टफोलियो बड़ा ही हुआ है, कम नहीं हुआ। अल्टीमेटली ग्राफ ने ऊपर ही जाना है, नीचे नहीं आएगा। तो इसीलिए अगर ये डेट फिक्स हो कि 26 जनवरी भारत की आजादी वाले दिन प्राइस गिर जाएंगे, तो सारे रुक जाएंगे। ये कब आता है, कब निकल जाता है, यू हैव टू बी प्रिपेयर्ड। बस यही मैं कहूंगा, बाकी तो ये दिमाग से निकाल दीजिए कि बहुत ज्यादा प्राइस नीचे आ जाएगा, मुझे उम्मीद नहीं आती जी। ठीक है जी, थैंक यू सो मच जी। और पीके जी, मैं चाहूंगा जान तो पहला कोई प्रोजेक्ट कोई करनी होगी करो। जी।
बहुत प्रोजेक्ट हैं, बहुत बिल्डर पीछे पीछे भाग रहे हैं, बहुत जबरदस्त डिस्काउंट लेके दे रहे हैं। अभी मैंने किसी को मैंने लेके दिया था एक छोटा सा यूनिट डाउनटाउन के अंदर 2 दिन पहले, और वो आप हैरान होंगे कि $1.5 लाख ऊपर डिस्काउंट, जो जितने का प्राइस था उसको $1.5 लाख माइनस, पेमेंट 3 साल में करो, और देखो वो मैंने अप्रूवल करा दिया, और उसके लिए वो एक ही लास्ट यूनिट मैंने उनको दे दिया। अब उनका माइंड बन रहा है कि शायद हम ना लें। उससे पहले मैंने बाकियों को कहा, तो आप बाकियों के साथ कल अपॉइंटमेंट है, वो यूनिट किसको देना है ये मैंने सोचना है। मतलब मेरा मतलब कहने का ये है कि इस वक्त बड़े मोटे डिस्काउंट्स मिल रहे हैं, और अगर आप रीसेल में सेकंड हैंड घर लेना चाहते हैं, बड़े जबरदस्त नेगोशिएशन हो रही है। उसके लिए हमें आप कॉन्टेक्ट करिए 647-299-4757 647-299-4757। आप यहाँ पर टेक्स्ट मैसेज डालिए अपने नाम के साथ, और हम आप मुलाकात कर लेंगे। देयर इज नो ऑब्लिगेशन। फोन मैं नहीं उठाता, हम आपको कॉल बैक कर लेंगे। आप हमें टेक्स्ट मैसेज डालिए, क्योंकि मेरा फोन फॉरवर्ड होता है बिकॉज ऑफ माई शोज एंड वॉल्यूम ऑफ कॉल्स। साथ साथ एजेंट हायर कर रहे हैं, अभी भी हमने पिछले हफ्ते 2 एजेंट और हायर किए हैं। वी आर लिटिल टफ इन हायरिंग द एजेंट्स, लेकिन अगर आप हमें ज्वाइन करना चाहते हैं उसके लिए भी इसी नंबर में हमें कॉन्टेक्ट करिए और हम एक मुलाकात कर लेंगे। थैंक यू वेरी मच युवराज जी। बहुत बहुत शुक्रिया पीके जी, थैंक यू सो मच। थैंक यू। एंड वी विश यू ऑल। थैंक यू सर।